ਮਦਰਬੋਰਡ ਹੈ। ਮਦਰਬੋਰਡ ਜੇ ਆਪਾਂ ਆਊਟਰ ਸਟਰਕਚਰ, ਜੇ ਮੈਂ ਤੁਹਾਨੂੰ ਲਾਸਟ ਟਾਈਮ ਸ਼ੋ ਕੀਤਾ ਸੀਗਾ, ਜੇ ਆਪਾਂ ਬਲੌਕ 'ਚ ਮੈਂ ਸ਼ੋ ਕਰਦਾ ਇਹਨੂੰ, ਮੈਂ ਸਭ ਤੋਂ ਪਹਿਲਾਂ ਫਸਟ ਜੇ ਦਿਸ ਇਜ਼ ਮਦਰਬੋਰਡ। ਮਦਰਬੋਰਡ ਦੇ ਉੱਪਰ ਜਿਹੜੇ ਕੰਪੋਨੈਂਟਸ ਹੈ, ਉਹਦੇ 'ਚ ਵਨ ਆਫ ਦਾ ਜਿਹੜਾ ਇੰਪੋਰਟੈਂਟ ਕੰਪੋਨੈਂਟ ਤੁਹਾਨੂੰ ਆਲਰੇਡੀ ਦੱਸਿਆ, ਡੈਟ ਵਾਜ਼ CPU। CPU ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਆਪਾਂ ਪ੍ਰੋਸੈਸਰ ਵੀ ਕਹਿ ਦਿੰਦੇ ਹੈਗੇ ਆ, ਬ੍ਰੇਨ ਆਫ ਦਾ ਕੰਪਿਊਟਰ ਵੀ ਕਹਿ ਦਿੰਦੇ ਹੈਗੇ ਆ। ਬੇਸਿਕਲੀ ਕੀ ਹੈ, ਇਹ ਇੱਕ ਅਸੈਂਬਲੀ ਹੈਗੀ ਆ, ਇੱਕ ਆਈਸੀ ਹੈਗਾ, ਇੱਕ ਛੋਟਾ ਜਿਹਾ ਸੈਂਟਰ ਪ੍ਰੋਸੈਸਿੰਗ ਯੂਨਿਟ ਹੁੰਦਾ ਹੈਗਾ, ਜਿਹੜਾ ਮੇਨ ਬ੍ਰੇਨ ਹੈਗਾ, ਜਿਹੜੀ ਜਿੰਨੇ ਪ੍ਰੋਸੈਸਿੰਗ ਟਾਸਕ ਹੈਗੇ ਆ, ਜਿਸ ਤਰ੍ਹਾਂ ਆਪਣਾ ਜੋ ਬ੍ਰੇਨ, ਜਿਸ ਤਰ੍ਹਾਂ ਆਪਣੇ ਬ੍ਰੇਨ ਦੀ ਇੰਪੋਰਟੈਂਸ ਹੈਗੀ ਆ ਹਿਊਮਨ ਬੀਇੰਗਸ ਦੇ ਵਿੱਚ, ਸਿਮਿਲਰਲੀ CPU ਦੀ ਵੀ ਇੰਪੋਰਟੈਂਸ ਹੈਗੀ ਆ। ਜਿਹਨੇ ਟਾਸਕ ਕਰਨੇ ਹੈਗੇ ਆ ਉਹ CPU ਨੇ ਕਰਨੇ ਹੈਗੇ ਆ। ਜਿਹੜਾ CPU ਹੈ, ਤੁਹਾਨੂੰ ਮੈਂ ਆਲਰੇਡੀ ਦੱਸਿਆ, CPU ਮੋਸਟਲੀ ਜਿਹੜੇ CPU ਹੈਗੇ ਆ, ਜਿਹੜਾ ਕੰਪਿਊਟਰ ਹੈ, ਕੰਪਿਊਟਰ CPU ਦੇ ਨਾਲ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ। ਮੀਨਸ ਕੀ ਹੈ, ਜੇ ਕਿਸੇ ਦੇ ਘਰ ਕੰਪਿਊਟਰ ਹੈ, ਸਪੋਜ਼ ਉਹ ਕਹਿੰਦਾ ਮੇਰੇ ਕੋਲ i3 ਕੰਪਿਊਟਰ ਹੈ, i3 ਕੋਰ i3 ਹੁੰਦਾ ਹੈਗਾ, ਕੋਰ i3, ਇਹਦਾ ਮਤਲਬ ਕੀ ਹੈ, ਹੀ ਇਜ਼ ਹੈਵਿੰਗ ਪ੍ਰੋਸੈਸਰ i3 ਇਨ ਡੈਟ ਕੰਪਿਊਟਰ। ਮਤਲਬ ਮੀਨਸ ਕੀ ਹੈ, CPU ਮੋਸਟਲੀ ਕਿਹੜੀ ਕੰਪਨੀ ਬਣਾਉਂਦੀ ਹੈਗੀ ਆ, ਦੱਸੋ ਕਿਹੜੀ ਕੰਪਨੀ ਬਣਾਉਂਦੀ ਹੈ CPU? ਐਨੀਵਨ? ਪ੍ਰੋਸੈਸਰ ਕਿਹੜੀ ਕੰਪਨੀ ਡੀਲ ਕਰਦੀ ਹੈ ਪ੍ਰੋਸੈਸਰ 'ਚ? ਨੋ। ਚਲੋ ਇੰਟਲ ਦਾ ਨਾਮ ਤੁਹਾਨੂੰ ਮੈਂ ਉਸ ਦਿਨ ਦੱਸਿਆ ਸੀ, ਇੰਟਲ, INTEL। ਇੰਟਲ ਕੀ ਹੈ, ਇੰਟਲ ਵਰਲਡ ਦੀ ਇੱਕ ਕੰਪਨੀ ਹੈਗੀ, ਇੱਦਾਂ ਦੀ ਅਮਰੀਕਨ ਕੰਪਨੀ ਹੈਗੀ ਆ, ਜਿਹੜੀ ਮੋਸਟਲੀ ਜਿਹੜੇ ਪ੍ਰੋਸੈਸਰ ਹੈਗੇ ਆ, ਜਿਹੜੇ ਸੈਂਟਰ ਪ੍ਰੋਸੈਸਿੰਗ ਯੂਨਿਟ ਹੈ, ਉਹ ਸਾਰੇ ਕੀ ਹੈ, ਕੌਣ ਬਣਾਉਂਦੀ ਹੈਗੀ? ਇੰਟਲ ਕੰਪਨੀ ਹੈਗੀ ਆ, ਬਣਾਉਂਦੀ ਹੈਗੀ ਆ। ਸੋ ਇਹਦੇ 'ਚ ਕੰਪਿਊਟਰ 'ਚ ਜੋ ਵੀ ਪ੍ਰੋਸੈਸਰ ਹੋਏਗਾ, ਜਿਸ ਤਰ੍ਹਾਂ i3, i5, i7, ਪਹਿਲਾਂ ਪੈਂਟੀਅਮ ਚੱਲਦੇ ਹੁੰਦੇ ਸੀ, ਪੈਂਟੀਅਮ ਵਗੈਰਾ, ਅੱਜ ਕੱਲ੍ਹ ਚੱਲਦੇ i3, ਕੋਰ ਹੁੰਦਾ, ਕੋਰ ਨਾਲ ਲਿਖਿਆ ਹੁੰਦਾ ਕੋਰ, i3, i5, i7, i9, ਇਹ ਸਾਰੇ ਕੀ, ਥੀਸ ਆਰ ਦਾ ਲੇਟੈਸਟ ਪ੍ਰੋਸੈਸਰਸ, ਇਹ ਕੀ ਸਾਰੇ ਪ੍ਰੋਸੈਸਰ ਹੈਗੇ ਆ। ਸੋ ਇੱਕ ਇਹ CPU ਇੱਕ ਅਲੱਗ ਆਉਂਦਾ ਹੈਗਾ, ਤੇ ਇਹਦੇ ਤੇ ਸਲੋਟ ਬਣਿਆ ਹੁੰਦਾ ਹੈ ਮਦਰਬੋਰਡ ਦੇ ਉੱਪਰ, ਜਿਹਦੇ ਉੱਪਰ ਫਿਕਸ ਕਰ ਦਿੰਦੇ ਆਪਾਂ। ਇਹਦੇ ਉੱਪਰ ਫੈਨ ਵਗੈਰਾ ਵੀ ਲੱਗਿਆ ਹੁੰਦਾ ਹੈਗਾ ਤਾਂ ਕਿ ਕੂਲਿੰਗ ਹੋਵੇ। ਦੂਸਰਾ ਇਹਦਾ ਇੱਕ ਇੰਪੋਰਟੈਂਟ ਪਾਰਟ ਜਿਹੜਾ ਹੈਗਾ, ਜਿਹੜਾ ਸੈਕਿੰਡ ਇੰਪੋਰਟੈਂਟ ਪਾਰਟ ਹੈ, ਡੈਟ ਇਜ਼ ਮੈਮਰੀ ਸਲੋਟ ਜਾਂ ਰੈਮ ਸਲੋਟ ਵੀ ਕਹਿ ਦਿੰਦੇ ਹੈਗੇ ਆਪਾਂ। ਮੈਮਰੀ ਸਲੋਟ ਕੀ ਹੈ, ਬਿਲਕੁਲ ਹੀ ਬਰੀਕ ਇਦਾਂ ਦੇ ਕੀ ਹੈ, ਸਲੋਟ ਬਣੇ ਹੁੰਦੇ ਹੈਗੇ ਆ, 1 or 2 ਸਲੋਟਸ ਹੁੰਦੇ ਆ, ਮੇਨਲੀ 2 ਸਲੋਟਸ ਹੁੰਦੇ ਹੈਗੇ ਆ, ਜੋ ਉਸ ਤੁਹਾਨੂੰ ਮੈਂ ਗ੍ਰੀਨ ਕਲਰ ਦੇ ਸ਼ੋ ਕੀਤੇ ਸੀਗੇ, ਥੀਸ ਆਰ ਰੈਮ ਸਲੋਟਸ। ਰੈਮ ਸਲੋਟਸ ਦਾ ਮਤਲਬ ਕੀ ਹੈ, ਜਿਹੜੇ ਕੰਪਿਊਟਰ 'ਚ ਕੀ ਹੈ, ਇੱਕ ਰੈਮ ਦੀ ਬਹੁਤ ਇੰਪੋਰਟੈਂਸ ਹੈ। ਰੈਮ ਦੀ ਫੁੱਲ ਫਾਰਮ ਕੀ ਹੁੰਦੀ ਹੈ? ਵਾਟ ਇਜ਼ ਦਾ ਫੁੱਲ ਫਾਰਮ ਆਫ ਰੈਮ? ਰੈਂਡਮ ਐਕਸੈਸ ਮੈਮਰੀ, ਜਿਹੜਾ ਰੈਂਡਮਲੀ ਐਕਸੈਸ ਕੀਤੀ ਜਾਂਦੀ ਹੈ ਮੈਮਰੀ, ਡੈਟ ਇਜ਼ ਨੋਨ ਐਜ਼, ਮਤਲਬ ਇਸ ਮੈਮਰੀ 'ਚ ਯੂ ਕੈਨ ਰੀਡ ਐਜ਼ ਵੈਲ ਐਜ਼ ਰਾਈਟ। ਜਿਸ ਟਾਈਮ ਤੁਸੀਂ ਕੰਪਿਊਟਰ 'ਤੇ ਕੰਮ ਕਰ ਰਹੇ ਹੁੰਦੇ ਆ, ਜਦੋਂ ਤੁਸੀਂ ਸਪੋਜ਼ ਤੁਸੀਂ ਕੰਪਿਊਟਰ ਔਨ ਕੀਤਾ, MS ਵਰਡ ਖੋਲ੍ਹਿਆ ਹੈਗਾ, ਓਪਨ ਕੀਤਾ ਹੁੰਦਾ ਹੈਗਾ, ਉਸ ਟਾਈਮ ਜੋ ਤੁਸੀਂ ਕੁਝ ਟਾਈਪ ਕਰ ਰਹੇ ਹੁੰਦੇ ਹੈਗੇ ਆ, ਤਾਂ ਉਸ ਟਾਈਮ ਜੋ ਕੁਝ ਤੁਸੀਂ ਟਾਈਪ ਕਰ ਰਹੇ ਹੁੰਦੇ, ਡੈਟ ਇਜ਼ ਇਨ ਰੈਮ। ਠੀਕ ਹੈ, ਇਹ ਟੈਂਪਰਰੀ ਸਟੋਰੇਜ ਹੈ। ਸੋ ਇਸ ਰੈਮ ਦੀ ਇੰਪੋਰਟੈਂਸ ਕੀ ਹੈ, ਟੈਂਪਰਰੀ ਸਟੋਰ ਕਰਦੇ ਹਾਂ ਆਪਾਂ ਡਾਟਾ, ਪਰ ਜਦੋਂ ਲਾਈਟ ਚਲੀ ਜਾਂਦੀ ਹੈਗੀ ਆ, ਇਹਦੇ ਕੰਟੈਂਟਸ ਵਾਸ਼ ਹੋ ਜਾਂਦੇ ਹੈਗੇ ਆ। ਸੋ ਤੁਸੀਂ ਦੇਖਿਆ ਹੋਏਗਾ, ਜਦੋਂ ਤੁਸੀਂ ਕੋਈ ਵੀ MS ਵਰਡ ਜਾਂ ਕਿਸੇ ਵੀ ਐਪਲੀਕੇਸ਼ਨ ਡਾਕੂਮੈਂਟ ਬਣਾਉਣੇ, ਤਾਂ ਕੀ ਹੁੰਦਾ, ਤੁਸੀਂ ਡਾਕੂਮੈਂਟ ਟਾਈਪ ਕਰਨ ਤੋਂ ਬਾਅਦ ਤੁਸੀਂ ਸੇਵ ਐਜ਼ ਕਰਦੇ ਆ ਨਾ, ਜਾਂ ਸੇਵ ਕਰਦੇ ਆ, ਤਾਂ ਸੇਵ ਕਰਨ ਦਾ ਮਤਲਬ ਕੀ ਹੈ? ਵਾਟ ਦਾ ਮੀਨਿੰਗ ਆਫ ਸੇਵ? ਦੱਸੋ ਸੇਵ ਕਰਨ ਦਾ ਮੀਨਿੰਗ ਕੀ ਹੈ? ਜਦੋਂ ਡਾਕੂਮੈਂਟ ਬਣਾ ਲੈਨੇ ਹੋ, ਤੁਸੀਂ ਨਾਮ ਦੇ ਦੇਣੇ ਫਾਈਲ ਨੇਮ, ਤਾਂ ਉਹਦਾ ਮਤਲਬ ਕੀ ਹੁੰਦਾ ਹੈਗਾ? ਕਿੱਥੇ ਸੇਵ ਕਰਦੇ ਉਹਨੂੰ? ਬੋਲੋ। ਨਹੀਂ ਬੱਚਿਓ, ਐਕਚੁਅਲੀ ਕੀ ਹੈ, ਕੰਪਿਊਟਰ 'ਚ ਦੋ ਤਰ੍ਹਾਂ ਦੀ ਸਟੋਰੇਜ ਆ। ਜਿਹੜਾ ਰੈਮ ਸਟੋਰੇਜ ਹੈਗੀ ਆ, ਰੈਮ ਕੀ ਹੈ, ਟੈਂਪਰਰੀ ਸਟੋਰੇਜ ਆ। ਇੱਕ ਪਰਮਾਨੈਂਟ ਸਟੋਰੇਜ ਹੁੰਦਾ ਹੈਗਾ। ਪਰਮਾਨੈਂਟ ਸਟੋਰੇਜ ਕੀ ਹੈ? ਹਾਰਡ ਡਿਸਕ ਸੁਣਿਆ ਨਾ, ਹਾਰਡ ਡਿਸਕ, ਕੰਪਿਊਟਰ 'ਚ ਇੱਕ ਹਾਰਡ ਡਿਸਕ ਹੁੰਦੀ ਹੈਗੀ ਆ, ਹਾਰਡ ਡਿਸਕ, ਜਿਹੜੀ ਕੀ ਹੈ, ਪਰਮਾਨੈਂਟ ਸਟੋਰੇਜ ਹੁੰਦਾ ਹੈਗਾ। ਹਾਰਡ ਡਿਸਕ ਕੀ ਹੈ? ਇਟ ਇਜ਼ ਅ ਪਰਮਾਨੈਂਟ ਸਟੋਰੇਜ। ਪਰਮਾਨੈਂਟ ਸਟੋਰੇਜ, ਜੋ ਤੁਸੀਂ ਰੈਮ 'ਚ ਕੰਮ ਕਰ ਰਹੇ ਹੁੰਦੇ ਹੈਗੇ ਆ, ਉਸ ਤੋਂ ਬਾਅਦ ਕੀ ਡਾਟਾ ਤੁਹਾਡਾ
ਪਰਮਨੈਂਟਲੀ ਸਟੋਰ ਕਾਹਦੇ 'ਚ ਹੋ ਜਾਂਦਾ ਹੈਗਾ, ਹਾਰਡ ਡਿਸਕ ਦੇ ਵਿੱਚ ਹੋ ਜਾਂਦਾ। ਰੈਮ ਜਿਹੜੀ ਤੁਹਾਡੀ ਸੀ ਡਰਾਈਵ ਹੁੰਦੀ ਹੈ, ਤੁਸੀਂ ਸੀ ਲਿਖਦੇ ਆ ਜਾਂ ਡੀ ਸ਼ੋ ਕਰਦੇ ਹੈਗੇ ਆ, ਇਹ ਜਿਹੜਾ ਸ਼ੋ ਕਰ ਰਹੇ ਨੇ ਸੀ ਜਾਂ ਡੀ ਡਰਾਈਵਸ, ਇਹ ਕੀ ਹੈਗੀਆਂ ਬੇਸਿਕਲੀ, these are ਹਾਰਡ ਡਿਸਕ। ਹਾਰਡ ਡਿਸਕ ਦੇ ਵਿੱਚ ਆਪਣਾ ਡਾਟਾ ਕੀ ਹੋ ਜਾਂਦਾ, ਆਪਣਾ ਪਰਮਨੈਂਟਲੀ ਸਟੋਰ ਹੋ ਜਾਂਦਾ ਹੈਗਾ। ਸੋ ਜਦੋਂ ਵੀ ਕੰਮ ਕਰਦੇ ਆ ਆਪਾਂ ਰੈਮ 'ਚ ਕੰਮ ਕਰ ਰਹੇ ਹੁੰਦੇ ਹੈਗੇ ਆ, ਪਰ ਜਦੋਂ ਉਹਨੂੰ ਆਪਾਂ ਸੇਵ ਐਜ਼ ਕਰ ਲੈਂਦੇ ਆ ਜਾਂ ਸੇਵ ਕਰ ਲੈਂਦੇ ਆ ਮਾਈ ਡਾਕੂਮੈਂਟਸ ਕਰਦੇ ਆ ਜਾਂ ਆਪਣਾ ਨਾਮ ਦੇ ਦਿੰਦੇ ਆ ਜਾਂ ਡੈਸਕਟਾਪ ਤੇ ਸੇਵ ਕਰ ਦਿਆਂਗੇ, ਤਾਂ ਅਲਟੀਮੇਟਲੀ ਕੀ ਹੈ, ਉਹ ਕਿਹਦੇ ਸਟੋਰ ਹੋ ਜਾਂਦਾ ਹੈਗਾ, ਹਾਰਡ ਡਿਸਕ ਦੇ ਵਿੱਚ। ਤੇ ਹਾਰਡ ਡਿਸਕ ਕੀ ਹੈ, ਤੁਹਾਡੀ ਇੱਕ ਪਰਮਨੈਂਟ ਸਟੋਰੇਜ ਆ, ਜਿੱਥੇ ਕਿ ਡਾਟਾ ਪਰਮਨੈਂਟਲੀ ਰਹਿੰਦਾ ਹੈਗਾ, ਡਿਲੀਟ ਨਹੀਂ ਹੁੰਦਾ ਹੈਗਾ। ਪਰ ਰੈਮ 'ਚ ਕੀ ਹੈ, ਜੇ ਰੈਮ ਤੁਸੀਂ ਸੇਵ ਨਹੀਂ ਕਰਦੇ ਤੇ ਇੱਕੋਦਮ ਕਲੋਜ਼ ਕਰ ਦਿੰਦੇ ਆ, ਸੇਵ ਨਹੀਂ ਕਰਦੇ, ਤਾਂ ਰੈਮ 'ਚ ਕੀ ਡਾਟਾ ਤੁਹਾਡਾ ਡਿਲੀਟ ਹੋ ਜਾਂਦਾ। ਬੇਸਿਕਲੀ ਰੈਮ ਇਹ ਤਾਂ ਮਦਰਬੋਰਡ ਦੇ ਉੱਪਰ ਸਲੋਟ ਬਣੇ ਹੁੰਦੇ ਹੈਗੇ ਆ, ਪਰ ਸਲੋਟ ਤਾਂ ਬਣੇ ਹੁੰਦੇ, ਪਰ ਜਿਹੜੀ ਰੈਮ ਚਿਪ ਹੁੰਦੀ ਹੈਗੀ ਆ, ਰੈਮ ਕਿਸ ਤਰ੍ਹਾਂ ਦੀ ਬਣੀ ਹੁੰਦੀ ਹੈਗੀ ਆ, ਰੈਮ ਇਸ ਤਰ੍ਹਾਂ ਦੀ ਹੁੰਦੀ ਹੈਗੀ ਆ, ਤੁਹਾਨੂੰ ਕੱਲ ਦਿਖਾਈ ਸੀ ਕੱਢ ਕੇ ਰੈਮ, ਇਦਾਂ ਕਰਕੇ ਇਹ ਰੈਮ ਹੋਏਗੀ, ਜਿਵੇਂ 2 GB 4 GB, ਜਿਵੇਂ 2 GB ਹੋ ਗਈ ਜਾਂ 4 GB, ਇਹ ਰੈਮ ਸਲੋਟ ਹੁੰਦਾ। ਇਹ ਰੈਮ ਕੀ ਹੈ, ਇਹ ਮਾਰਕੀਟ 'ਚੋਂ ਬਾਈ ਕਰ ਸਕਦੇ ਹੋ ਤੁਸੀਂ, ਤੇ ਇਹਨੂੰ ਕਿਹਦੇ 'ਚ ਪਲੇਸ ਕਰਦੇ ਆ, ਇਹ ਜਿਹੜਾ ਸਲੋਟ ਲੱਗਿਆ ਇਹਦੇ ਵਿੱਚ ਪੁਸ਼ ਕਰ ਦਿੰਦੇ ਆ ਆਪਾਂ। ਸੋ ਰੈਮ ਸਲੋਟ ਇੱਕ ਅਲੱਗ ਚੀਜ਼ ਆ, ਸਲੋਟ ਦਾ ਮਤਲਬ ਜਿਹਦੇ ਵਿੱਚ ਰੈਮ ਲੱਗਦੀ ਹੈਗੀ ਆ, ਤੇ ਰੈਮ ਚਿਪ ਕੀ ਹੈ, ਇਹ ਰੈਮ ਆਉਂਦੀ ਹੈਗੀ ਆ, ਇਹ ਰੈਮ ਇਦਾਂ ਦੀ ਇੱਕ ਥਿਨ ਰੈਕਟੈਂਗੂਲਰ ਸ਼ੇਪ 'ਚ ਹੁੰਦੀ ਹੈਗੀ ਆ, ਤੇ ਇਹ ਆਪਾਂ ਇਹਨੂੰ ਕੀ ਹੈ, ਇਹਦੇ ਦੋਵੇਂ ਐਂਡਸ ਤੋਂ ਪਕੜ ਕੇ ਇਹਨੂੰ ਇੱਥੇ ਆਪਾਂ ਇਹਦੇ 'ਚ ਪਲੇਸ ਕਰ ਦਿੰਦੇ ਹੈਗੇ। ਮੀਨਸ ਕਿ ਇੱਕ ਤਰ੍ਹਾਂ ਨਾਲ ਕੀ ਹੈ, ਜੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਫਿਕਸ ਕਰ ਦਿੰਦੇ ਆ, ਇਹ ਕੀ ਆ, ਆਪਾਂ ਫਿਕਸ ਕਰਤੀ। ਸੋ ਇਹ ਜਿਹੜੀ ਰੈਮ ਆ ਇਸ ਤਰ੍ਹਾਂ ਕਿ ਇਹਦੇ 'ਚ ਪੁੱਟ ਕੀਤੀ ਜਾਂਦੀ ਹੈਗੀ ਆ, ਇਹਨੂੰ ਆਪਾਂ ਰੈਮ ਸਲੋਟ ਕਹਿ ਦਿੰਦੇ ਹੈਗੇ ਆ। ਤੇ ਇਹ ਰੈਮ ਮਾਰਕੀਟ 'ਚੋਂ 2 GB 4 GB 8 GB ਇੱਦਾਂ ਰੈਮ ਆਉਂਦੀ ਹੈਗੀ ਆ, ਆਪਾਂ ਬਾਈ ਕਰ ਸਕਦੇ ਹਾਂ। ਸੋ ਇੱਕ ਰੈਮ ਦੀ ਇੱਕ ਬਹੁਤ ਇੰਪੋਰਟੈਂਟ ਰੋਲ ਹੈਗਾ। ਜੇ ਸਿਸਟਮ ਦੇ ਵਿੱਚ ਤੁਹਾਡੇ ਰੈਮ ਨਹੀਂ ਹੈ ਜਾਂ ਰੈਮ ਫਾਲਟੀ ਹੈ, ਤਾਂ ਤੁਹਾਡਾ ਸਿਸਟਮ ਵਰਕ ਨਹੀਂ ਕਰੇਗਾ, ਉੱਥੇ ਹੀ ਤੁਹਾਡਾ ਸਟਾਪ ਹੋ ਜਾਏਗਾ, ਤੁਹਾਡੇ ਵਿੰਡੋਜ਼ ਤੱਕ ਨਹੀਂ ਜਾਏਗਾ, ਪਹਿਲਾਂ ਹੀ ਤੁਹਾਡਾ ਸਿਸਟਮ ਇੱਕ ਇੱਕ ਮਤਲਬ ਅਨਸਟੇਬਲ ਕੰਡੀਸ਼ਨ 'ਚ ਹੋ ਜਾਏਗਾ, ਇਹ ਕੰਟੀਨਿਊਸਲੀ ਅੱਗੇ ਓਪਨ ਨਹੀਂ ਹੋਏਗਾ, ਤੁਹਾਡਾ ਵਿੰਡੋਜ਼ ਇੰਸਟਾਲ ਨਹੀਂ ਹੋਣਗੀਆਂ, ਵਿੰਡੋ ਤੁਹਾਡੀਆਂ ਲੋਡ ਹੋ ਕੇ ਰੈਮ 'ਚ ਆਉਂਦੀਆਂ ਹੈਗੀਆਂ। ਦੈਨ ਇਹਨੂੰ ਆਪਾਂ ਕੀ ਕਹਿੰਦੇ ਆ, ਸਲੋਟ ਨੂੰ ਸਿਮ ਜਾਂ ਡਿਮ ਵੀ ਕਹਿ ਦਿੰਦੇ ਆ, ਸਿੰਗਲ ਇਨਲਾਈਨ ਮੈਮਰੀ ਮੋਡਿਊਲ ਔਰ ਡਿਊਲ ਇਨਲਾਈਨ ਮੈਮਰੀ ਮੋਡਿਊਲ ਹੁੰਦਾ ਹੈਗਾ। ਤੇ ਇਹ ਜਿਹੜੀ ਰੈਮ ਹੈਗੀ ਆ, ਇਹਨੂੰ DDR ਰੈਮ ਵੀ ਕਹਿੰਦੇ ਹੈਗੇ। ਇਹ ਜਿਹੜੀ ਰੈਮ ਹੁੰਦੀ ਹੈਗੀ ਹੈ, ਜਿਹੜੀ ਰੈਮ ਹੈ ਇਟ ਇਜ਼ ਕਾਲਡ DDR RAM, DDR1, DDR2, DDR3, ਇਹ ਜਸਟ ਕੀ ਤੁਹਾਡੇ ਨੌਲੇਜ ਸੇਕ ਹੈ, ਪਰ ਤੁਹਾਨੂੰ ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ ਰੈਮ ਦਾ ਕੀ ਕੰਮ ਹੈ। ਰੈਂਡਮ ਐਕਸੈਸ ਮੈਮਰੀ, ਜਦੋਂ ਵੀ ਜਿਹੜਾ ਕੰਪਿਊਟਰ 'ਚ ਕੰਮ ਕਰਨਾ, ਸਭ ਤੋਂ ਪਹਿਲਾਂ ਆਪਾਂ ਰੈਮ ਦੇ ਵਿੱਚ ਕੰਮ ਕਰਦੇ ਹੈਗੇ ਆ, ਤੇ ਫਿਰ ਜਦੋਂ ਆਪਾਂ ਸਟੋਰ ਕਰਨਾ ਹੁੰਦਾ ਪਰਮਨੈਂਟਲੀ ਡਾਟਾ ਨੂੰ, ਉਦੋਂ ਆਪਣਾ ਹਾਰਡ ਡਿਸਕ ਦੇ ਵਿੱਚ ਸਟੋਰ ਹੋ ਜਾਂਦਾ ਹੈਗਾ। ਸੋ ਦੂਜਾ ਪਾਰਟ ਕੀ ਹੈ ਤੁਹਾਡਾ, ਰੈਮ ਐਂਡ ਰੈਮ ਸਲੋਟ। ਤੀਜਾ ਕੀ ਹੈ, ਇਹ ਕੈਸ਼ ਮੈਮਰੀ ਹੁੰਦੀ ਹੈਗੀ ਆ, ਕੈਸ਼ ਮੈਮਰੀ, CACH, ਕੈਸ਼ ਸ਼ਾਇਦ ਸੁਣਿਆ ਹੋਵੇ ਤੁਸੀਂ। ਕੈਸ਼ ਮੈਮਰੀ ਕਈ ਵਾਰ CPU ਦੇ ਉੱਪਰ ਵੀ ਹੁੰਦੀ ਹੈਗੀ ਆ ਜਾਂ ਬਾਹਰ ਵੀ ਹੁੰਦੀ ਹੈਗੀ ਆ। ਦਿਸ ਇਜ਼ ਕੈਸ਼ ਮੈਮਰੀ, CACH, ਕੈਸ਼ ਮੈਮਰੀ। ਕੈਸ਼ ਮੈਮਰੀ ਕੀ ਹੈ, ਇਹ ਬੜੀ ਇੱਕ ਫਾਸਟ ਮੈਮਰੀ ਹੁੰਦੀ ਹੈਗੀ ਆ, ਹਾਈ ਸਪੀਡ ਮੈਮਰੀ ਹੁੰਦੀ ਹੈਗੀ ਆ, ਜਿਹੜੀ ਕਿ ਪ੍ਰੋਸੈਸਰ ਨੂੰ ਇਹਦੇ 'ਚ ਉਹ ਚੀਜ਼ਾਂ ਰੱਖੀਆਂ ਜਾਂਦੀਆਂ ਹੈਗੀਆਂ, ਉਹ ਡਾਟਾ ਰੱਖਿਆ ਜਾਂਦਾ ਹੈਗਾ ਜਿਹੜਾ ਕਿ ਪ੍ਰੋਸੈਸਰ ਨੂੰ ਇਮੀਡੀਏਟਲੀ ਰਿਕੁਆਇਰਡ ਹੁੰਦਾ ਹੈਗਾ। ਮੀਨਸ ਕੀ ਹੈ, ਇਮੀਡੀਏਟਲੀ ਰਿਕੁਆਇਰਡ ਹੁੰਦਾ ਹੈਗਾ, ਉਹ ਡਾਟਾ ਕਾਹਦੇ 'ਚ ਰੱਖਿਆ ਜਾਂਦਾ, ਕੈਸ਼ ਮੈਮਰੀ 'ਚ। ਇੱਕ ਇਹਦਾ ਅਲੱਗ ਰੋਲ ਹੈਗਾ। ਮੈਂ ਇਹਦੀ ਐਗਜ਼ਾਮਪਲ ਦੇ ਦੇਣਾ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਘਰਾਂ 'ਚ ਵਰਕਰ ਆਉਂਦੇ, ਇਲੈਕਟ੍ਰੀਸ਼ੀਅਨ ਆਉਂਦੇ ਹੈਗੇ ਤੁਹਾਡੇ ਘਰਾਂ 'ਚ ਕੰਮ ਕਰਨ, ਤਾਂ ਤੁਸੀਂ ਦੇਖਿਆ ਉਹਨਾਂ ਕੋਲ ਇੱਕ ਪਲਾਇਰ ਹੁੰਦਾ ਹੈਗਾ, ਪਲਾਸ ਜਿਹਨੂੰ ਕਹਿ ਦਿੰਦੇ, ਇੱਕ ਸਕਰੂ ਡਰਾਈਵਰ ਹੁੰਦਾ ਹੈਗਾ, ਤੁਸੀਂ ਦੇਖਿਆ ਉਹਨਾਂ ਦੀ ਪਾਕਟ 'ਚ ਹੀ ਹੁੰਦਾ ਹੈਗਾ, ਉਹਨਾਂ ਨੇ ਜਾਂ ਕਿਤੇ ਹੋਲਡ ਕੀਤਾ ਹੁੰਦਾ ਹੈਗਾ। ਉਹ ਕਿਉਂ ਕੀਤਾ ਹੁੰਦਾ ਹੈਗਾ, ਕਿਉਂਕਿ ਉਹ ਵਾਲਾ ਜੇ ਪਲਾਇਰ ਵਗੈਰਾ ਜਾਂ ਸਕਰੂ ਡਰਾਈਵਰ ਜਾਂ ਟੈਸਟ ਪੈਨ, ਉਹਦੀ ਉਹਨਾਂ ਨੂੰ ਇਮੀਡੀਏਟ ਰਿਕੁਆਇਰਮੈਂਟ ਪੈਂਦੀ ਰਹਿੰਦੀ ਹਰ ਜਗ੍ਹਾ ਹੀ, ਠੀਕ ਹੈ। ਸੋ ਜਿਹੜੀ ਚੀਜ਼ ਉਹਨੂੰ ਵਾਰ-ਵਾਰ ਜ਼ਰੂਰਤ ਪੈਂਦੀ ਆ, ਉਹ ਆਪਦੇ ਨੀਅਰੈਸਟ ਰੱਖਦਾ ਹੈਗਾ। ਸਿਮਿਲਰਲੀ ਪ੍ਰੋਸੈਸਰ ਨੂੰ ਉਹ ਡਾਟਾ ਜਿਹੜਾ ਕਿ ਪ੍ਰੋਸੈਸਰ ਨੂੰ ਵਾਰ-ਵਾਰ ਜ਼ਰੂਰਤ ਪੈਂਦੀ ਹੈਗੀ ਹੈ ਇਮੀਡੀਏਟਲੀ ਫਾਸਟ, ਤਾਂ ਉਹ ਕਿੱਥੇ ਰੱਖਿਆ ਜਾਂਦਾ ਹੈਗਾ, ਜਾਂ CPU ਦੇ ਉੱਪਰ ਬਣਿਆ ਹੁੰਦਾ ਹੈਗਾ, ਜਾਂ ਐਡਜੋਇਨਿੰਗ ਟੂ CPU ਹੁੰਦਾ, ਨੀਅਰੈਸਟ ਟੂ CPU ਹੁੰਦਾ ਹੈਗਾ। ਇਹ ਕੀ ਹੈ, ਤੁਹਾਡੀ ਕੈਸ਼ ਮੈਮਰੀ ਹੁੰਦੀ ਹੈ, CACHE, ਕੈਸ਼ ਮੈਮਰੀ, ਕੈਸ਼ੇ ਮੈਮਰੀ ਕਹਿੰਦੇ ਆ ਜਾਂ ਕੈਸ਼ ਮੈਮਰੀ ਕਹਿੰਦੇ ਆ। ਇਹ ਕੀ ਹੈ, ਦਿਸ ਇਜ਼ ਹਾਈ ਸਪੀਡ ਮੈਮਰੀ, ਜਿਹੜੀ ਹਾਈ ਸਪੀਡ ਮੈਮਰੀ। ਦੈਨ ਫੋਰਥ ਹੈ, ਇੱਕ ਚਿਪਸੈਟ ਹੁੰਦਾ ਇਹਦੇ 'ਚ ਤੁਹਾਡੀ ਨੌਲੇਜ ਸੇ ਕੀ ਦੱਸ ਰਿਹਾ ਮੈਂ, ਇੱਕ ਚਿਪਸੈਟ ਹੁੰਦਾ ਹੈਗਾ। ਚਿਪਸੈਟ ਦੋ ਤਰ੍ਹਾਂ ਚਿਪਸੈਟ ਹੁੰਦਾ ਹੈਗਾ, ਜਿਵੇਂ ਦੋ ਤਰ੍ਹਾਂ ਚਿਪਸੈਟ ਹੁੰਦਾ ਹੈਗਾ। ਇੱਕ ਨਾਰਥ ਬ੍ਰਿਜ ਕਹਿੰਦੇ ਗਿਆ, ਨਾਰਥ ਬ੍ਰਿਜ,
then second is south bridge, north bridge and south bridge। ਦੋ ਦੋ ਤਰ੍ਹਾਂ ਦੇ ਚਿਪਸੈਟ ਹੁੰਦੇ ਹੈਗੇ ਆ। this is known as chipset, this is known as, these are two are chipset। ਇਹਦਾ ਕੀ ਕੰਮ ਹੈਗਾ, ਇਹ ਨਾਰਥ ਬ੍ਰਿਜ ਕੀ ਕਰਦਾ ਹੈਗਾ, CPU ਤੇ RAM ਦੀ ਆਪਸ ਕਨੈਕਟੀਵਿਟੀ ਕਰਦਾ ਹੈਗਾ। CPU ਦੇ ਨਾਲ ਪ੍ਰੋਸੈਸਰ ਦੇ ਨਾਲ ਜਿਹੜੇ ਵੀ ਮੇਨ ਮੈਮਰੀ ਤੇ ਪ੍ਰੋਸੈਸਰ ਦੀ ਆਪਸ ਤਾਲਮੇਲ ਰੱਖਦਾ ਹੈਗਾ। ਇਹ ਕੀ ਹੈ, ਇਹਨਾਂ ਦੋਵਾਂ ਨੂੰ ਕਨੈਕਟ ਕਰਕੇ ਰੱਖਦਾ ਹੈਗਾ। ਜਿਹੜਾ ਪ੍ਰੋਸੈਸਰ ਹੁੰਦਾ ਤੇ ਜਿਹੜੀ RAM ਹੁੰਦੀ ਹੈਗੀ, ਜਿਹੜੀ ਮੇਨ ਮੈਮਰੀ ਆ, ਉਹਦੇ 'ਚ ਇੱਕ ਹੀ ਬ੍ਰਿਜ ਦਾ ਕੰਮ ਕਰਦਾ ਹੈਗਾ, ਨਾਰਥ ਬ੍ਰਿਜ। ਇਹ ਚਿਪਸੈਟ ਹੁੰਦਾ ਪੂਰਾ। ਜਿਹੜਾ ਸਾਊਥ ਬ੍ਰਿਜ ਹੁੰਦਾ ਹੈਗਾ, ਉਹ ਜਿਹੜੇ ਅਦਰ ਜਿੰਨੇ ਵੀ ਹੋਰ ਪਾਰਟਸ ਹੁੰਦੇ, ਜਿਵੇਂ ਹਾਰਡ ਡਿਸਕ ਹੋ ਗਈ ਤੁਹਾਡੀ, ਕੰਟਰੋਲਰ ਹੋ ਗਿਆ, IO ਕੰਟਰੋਲਰ ਹੁੰਦਾ ਹੈ, ਜਾਂ ਅਦਰ ਚਿਪਸ ਹੁੰਦੀਆਂ ਜਿਵੇਂ ਸਾਊਂਡ ਚਿਪ ਹੋ ਗਈ ਜਾਂ ਵੀਡੀਓ ਚਿਪ ਹੋ ਗਈ ਆ, ਉਹ ਸਾਰਿਆਂ ਨੂੰ ਕਨੈਕਟ ਕਰਨ ਲਈ ਕੀ ਹੈ, ਸਾਊਥ ਬ੍ਰਿਜ ਯੂਜ਼ ਕਰਦੇ ਹੈ। ਸੋ ਇੱਕ ਥਰਡ ਪਾਰਟ, ਫੋਰਥ ਪਾਰਟ ਤੋਂ ਯਾਦ ਰੱਖਣਾ ਹੈਗਾ, ਚਿਪਸੈਟ ਕੀ ਹੈ, ਚਿਪਸੈਟ ਦਾ ਕੰਮ ਹੈ ਡਿਫਰੈਂਟ ਜਿਹੜੇ ਕੰਪਿਊਟਰ ਦੇ ਕੰਪੋਨੈਂਟਸ ਹੈਗੇ ਆ, ਜਿਹੜੇ ਮਦਰਬੋਰਡ ਦੇ ਉੱਪਰ ਬਣੇ ਹੋਏ ਆ, ਉਹਨਾਂ ਦੀ ਕਨੈਕਟੀਵਿਟੀ ਦਿੰਦਾ ਹੈਗਾ। ਜਿਵੇਂ ਨਾਰਥ ਬ੍ਰਿਜ ਕਾਹਦੇ 'ਚ, ਪ੍ਰੋਸੈਸਰ ਤੇ RAM 'ਚ ਜਿਹੜੀ ਕਨੈਕਟੀਵਿਟੀ ਦੇਖਦਾ ਹੈਗਾ, ਤੇ ਸਾਊਥ ਬ੍ਰਿਜ ਕੀ ਹੈ, ਸਾਊਥ ਬ੍ਰਿਜ ਦੇਖਦਾ ਜਿਵੇਂ ਕਨੈਕਟੀਵਿਟੀ, ਜਿਸ ਤਰ੍ਹਾਂ ਕੀ ਹੈ ਤੁਹਾਡੇ ਪੋਰਟਸ ਹੋ ਗਈਆਂ, ਹਾਰਡ ਡਿਸਕ ਕੰਟਰੋਲਰ ਹੋ ਗਿਆ, ਹਾਰਡ ਡਿਸਕ ਦੀ ਕੰਟਰੋਲਰ ਹੋ ਗਿਆ, ਜਾਂ ਸਾਊਂਡ ਜਾਂ ਵੀਡੀਓ ਚਿਪਸੈਟ, ਇਹ ਸਾਰਿਆਂ ਨੂੰ ਕਨੈਕਟ ਕਰਨ ਲਈ ਕੀ ਹੈ, ਸਾਊਥ ਬ੍ਰਿਜ ਯੂਜ਼ ਕਰਦੇ ਹੈਗੇ ਆ। ਸੋ ਇੱਕ ਇਹਦਾ ਵੀ ਇੱਕ ਇੰਪੋਰਟੈਂਟ ਰੋਲ ਹੈਗਾ ਨਾਰਥ ਬ੍ਰਿਜ ਤੇ ਸਾਊਥ ਬ੍ਰਿਜ ਦਾ, ਇਹਨੂੰ ਆਪਾਂ ਚਿਪਸੈਟ ਕਹਿ ਦਿੰਦੇ ਹੈਗੇ ਆ। ਦੈਨ ਅਨਦਰ ਜਿਹੜਾ ਨੈਕਸਟ ਪਾਰਟ ਹੈਗਾ, ਜਿਹੜੇ ਇਹ ਕੰਪੋਨੈਂਟਸ ਆ ਬੱਚੇ, ਸਾਰੇ ਕੰਪੋਨੈਂਟਸ ਹੈਗੇ ਆ ਜਿਹੜੇ ਮਦਰਬੋਰਡ ਦੇ ਉੱਪਰ ਹੈਗੇ ਆ। ਇੱਕ ਪਾਵਰ ਕਨੈਕਟਰ ਹੈਗਾ, ਇੱਕ ਕੀ ਹੈ, ਪਾਵਰ ਕਨੈਕਟਰ, ਜਿਸ ਤਰ੍ਹਾਂ ਮੈਂ ਇੱਥੇ ਸ਼ੋਅ ਕਰ ਦੇਣਾ, ਪਾਵਰ ਕਨੈਕਟਰ, this is ਪਾਵਰ ਕਨੈਕਟਰ। ਪਾਵਰ ਕਨੈਕਟਰ ਦਾ ਮਤਲਬ ਕੀ ਹੈ, ਜਿਹੜਾ ਕੰਪਿਊਟਰ ਹੈ, ਕੰਪਿਊਟਰ ਦੇ ਵਿੱਚ ਕੀ ਹੈ, ਤੁਸੀਂ ਦੇਖਿਆ ਹੈਗਾ ਪਾਵਰ ਸਪਲਾਈ ਤਾਂ ਹੁੰਦੀ ਹੈਗੀ ਆ। ਜਿਹੜੀ ਪਾਵਰ ਸਪਲਾਈ ਹੈਗੀ ਆ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, SMP ਪਾਵਰ ਸਪਲਾਈ, ਜਿਹੜੀ ਇੱਕ ਅਲੱਗ ਹੁੰਦੀ ਹੈ, ਮਦਰਬੋਰਡ ਤੋਂ ਅਲੱਗ ਹੁੰਦੀ ਹੈਗੀ, ਜਿਹੜਾ CPU ਬਾਕਸ ਉਹਦੇ ਵਿੱਚ ਲੱਗੀ ਹੁੰਦੀ ਹੈਗੀ ਆ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਜਿਸ ਤਰ੍ਹਾਂ ਮੈਨੂੰ ਅਲੱਗ ਸ਼ੋਅ ਕਰ ਰਿਹਾ ਹੈਗਾ, SMP ਸਵਿਚਡ ਮੋਡ ਪਾਵਰ ਸਪਲਾਈ, ਜਿਹੜਾ ਕਿ ਤੁਸੀਂ ਕਿੱਥੇ ਕਨੈਕਟ ਕੀਤਾ ਹੁੰਦਾ, ਕੰਪਿਊਟਰ 'ਚ। ਤੁਸੀਂ ਕੰਪਿਊਟਰ ਨੂੰ ਜਦੋਂ ਅਟੈਚ ਕਰਦੇ ਆ ਨਾ, ਕੰਪਿਊਟਰ ਦੀ ਪਾਵਰ ਲਾਉਣੇ ਆ, ਕੰਪਿਊਟਰ ਨੂੰ ਇੱਕ ਤੁਸੀਂ ਪਾਵਰ ਕੇਬਲ ਲਗਾਈ ਹੁੰਦੀ ਆ ਘਰਾਂ ਜਿੱਥੋਂ ਤੁਹਾਡੇ AC ਸਪਲਾਈ ਆ ਰਹੀ ਹੁੰਦੀ ਆ, ਉਹ ਅਲਟੀਮੇਟਲੀ ਕੰਪਿਊਟਰ ਦੇ ਕਿੱਥੇ ਕਨੈਕਟ ਕੀਤੀ ਹੁੰਦੀ ਹੈਗੀ ਆ, ਸਵਿਚਡ ਮੋਡ ਪਾਵਰ ਸਪਲਾਈ ਨੂੰ, SMP ਨੂੰ। ਤੇ ਇਹ ਜਿਹੜੀ SMP ਹੈਗੀ ਆ, ਇੱਥੇ ਤੁਹਾਡੇ ਕੀ ਹੈ, 220 ਵੋਲਟ ਆਉਂਦਾ ਘਰਾਂ 'ਚ, ਜਿਹੜੀ ਵੋਲਟੇਜ ਆਉਂਦੀ ਹੈਗੀ ਹੈ, ਡੈਟ ਇਜ਼ 220 ਵੋਲਟ। ਘਰਾਂ 'ਚ ਕਿੰਨੀ ਵੋਲਟੇਜ ਆਉਂਦੀ ਹੈਗੀ ਆ, ਮੋਸਟਲੀ ਕੰਪੋਨੈਂਟ ਕਿੰਨੇ ਦੇ ਕੰਮ ਕਰਦੇ ਆ, ਬੋਲੋ, 220 ਵੋਲਟ। ਇਹ ਕਿਹੜੀ ਹੁੰਦੀ, EC ਹੁੰਦੀ ਕਿ DC ਹੁੰਦੀ ਹੈ, ਅਲਟਰਨੇਟਿੰਗ ਕਰੰਟ ਹੁੰਦਾ ਹੈਗਾ, ਡਾਇਰੈਕਟ ਕਰੰਟ ਹੁੰਦਾ ਹੈਗਾ, ਬੋਲੋ, ਇਜ਼ ਇਟ AC ਔਰ DC, ਇੱਕ ਹੀ ਬੋਲਣਾ ਤੁਸੀਂ, AC, AC ਘਰਾਂ ਜਿਹੜਾ ਕਰੰਟ ਕਿਹੜਾ ਹੁੰਦਾ ਹੈਗਾ, AC ਅਲਟਰਨੇਟਿੰਗ ਕਰੰਟ, ਜਿਹੜਾ ਕਿ ਆਪਾਂ ਇਦਾਂ ਕਰਕੇ ਸ਼ੋਅ ਕਰਦੇ ਨੇ, ਅਲਟਰਨੇਟਿੰਗ ਕਰੰਟ। ਸੋ ਕੀ ਹੈ, ਜਿਹੜੀ ਪਾਵਰ ਤੁਸੀਂ ਦੇ ਦੇਣੇ ਕੰਪਿਊਟਰ ਨੂੰ, ਉਹ SMP ਨੂੰ ਜਾਂਦੀ 220 ਵੋਲਟ। ਪਰ ਜਿਹੜੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ, ਜਿਹੜੇ ਕੰਪਿਊਟਰ ਦੇ ਜਿਹੜੇ ਮੋਸਟਲੀ ਕੰਪੋਨੈਂਟਸ ਹੈਗੇ ਆ, ਉਹ ਕਿੰਨੇ 'ਚ ਕੰਮ ਕਰਦੇ ਹੈਗੇ ਆ, +5 ਵੋਲਟ ਜਾਂ +12 ਵੋਲਟ DC 'ਚ। ਕੰਪਿਊਟਰ ਦੇ ਪਾਰਟਸ ਕਿਹਦੇ 'ਚ ਕੰਮ ਕਰਦੇ ਆ, +5 ਵੋਲਟ DC ਜਾਂ +12 ਵੋਲਟ DC, ਜਿਹੜੇ ਮੋਸਟਲੀ ਕੰਪੋਨੈਂਟ ਹੈਗੇ ਆ। ਸੋ ਜਿਹੜੀਆਂ ਇਹਦੇ 'ਚੋਂ ਅੱਗੋਂ ਵਾਇਰਸ ਨਿਕਲਦੀਆਂ ਹੈਗੀਆਂ, ਇੱਕ ਮੇਨ ਵਾਇਰ ਜਿਹੜੀ ਹੈਗੀ ਇਹਦੇ 'ਚੋਂ, ਉਹ ਕਿੱਥੇ ਲੱਗਦੀ ਹੈਗੀ ਆ, ਮਦਰਬੋਰਡ ਨੂੰ। ਸੋ ਮਦਰਬੋਰਡ 'ਚ ਇੱਕ ਵਾਇਰ ਜਿਹੜੀ ਹੈਗੀ ਆ, ਉਹ ਕਿੱਥੇ ਹੈ, ਇਹਦੇ 'ਤੇ ਲੱਗ ਜਾਂਦੀ, ਕਨੈਕਟਰ ਦੇ ਨਾਲ ਲੱਗ ਜਾਂਦੀ ਹੈਗੀ ਆ, ਇੱਕ ਵਾਇਰ SMP ਤੋਂ, ਤੇ ਜਿਹੜੀ ਕਿ ਸਾਰੇ ਮਦਰਬੋਰਡ ਨੂੰ ਸਪਲਾਈ ਦਿੰਦੀ ਹੈਗੀ ਆ। ਸੋ ਸਾਰੇ ਮਦਰਬੋਰਡ 'ਚ ਜਿੰਨੇ ਆ ਸਰਕਟ ਹੈਗੇ ਆ, ਉਹਨਾਂ ਨੇ ਤਾਂ ਕੰਮ ਕਰਨਾ ਹੀ ਹੈ ਨਾ, ਉਹਨਾਂ 'ਚ ਕੁਛ ਨਾ ਕੁਛ ਉਹਨਾਂ ਦਾ ਵਰਕ ਹੁੰਦਾ ਹੈਗਾ ਜੋ ਵੀ। ਸੋ ਉਹਨੂੰ ਪਾਵਰ ਦੇਣ ਲਈ ਕੀ ਹੈ, ਸਵਿਚ ਮੋਡ ਪਾਵਰ ਸਪਲਾਈ ਤੋਂ ਕੇਬਲ ਜਾਂਦੀ, ਜਿਹੜੀ ਕਿ ਮੇਨ ਮਦਰਬੋਰਡ ਦੇ ਉੱਪਰ ਪਾਵਰ ਕਨੈਕਟਰ ਬਣਿਆ ਹੁੰਦਾ ਹੈ, ਉਹਦੇ ਤੇ ਆਪਾਂ ਕੀ ਇਹਨੂੰ ਪਲੱਗ ਕਰ ਦਿੰਦੇ ਹੈਗੇ, ਇੱਦਾਂ ਕਰਕੇ ਕਨੈਕਟਰ ਬਣਿਆ ਹੁੰਦਾ ਹੈਗਾ, ਉਹਦੇ ਤੇ ਪ੍ਰੈਸ ਕਰਕੇ ਲਗਾ ਦਿੰਦੇ ਹੈਗੇ, ਡੈਟ ਇਜ਼ ਪਾਵਰ ਕਨੈਕਟਰ ਟੂ ਦਾ ਮਦਰਬੋਰਡ। ਸੋ SMP ਇੱਕ ਯਾਦ ਰੱਖਣਾ ਹੈਗਾ,
SMPS is switched mode power supply, switch ਕਰਕੇ mode power supply। ਸੋ ਇਹਦੀ ਮੈਂ ਫੁੱਲ ਫਾਰਮ ਲਿਖ ਦੇਣਾ ਇੱਥੇ। ਸੋ SMPS ਕੀ ਹੈ? SMPS switch ਤੋਂ ਬਣਿਆ switched mode power supply। ਜਿਹੜੀ ਕੰਪਿਊਟਰ ਦੇ ਵਿੱਚ ਪਾਵਰ ਸਪਲਾਈ ਲੱਗੀ ਹੁੰਦੀ ਹੈਗੀ ਆ, ਡੈਟ ਇਜ਼ known as SMPS, switched mode power supply। ਸੋ ਇਹ ਦਿੰਦੀ ਆ ਇਹਦੇ ਚ ਇਨਪੁਟ ਜਿਹੜੀ ਇਹਦੀ ਹੁੰਦੀ ਹੈਗੀ ਆ, ਇਨਪੁਟ ਕਿੰਨੀ ਹੁੰਦੀ ਹੈ? 220 ਵੋਲਟ ਹੁੰਦੀ ਹੈਗੀ, AC ਹੁੰਦੀ ਹੈਗੀ ਆ। ਇਹ ਕਨਵਰਟ ਕਾਹਦੇ ਚ ਕਰਦੀ ਹੈਗੀ ਆ? +5 ਵੋਲਟ DC, AC ਨੂੰ DC ਚ ਕਨਵਰਟ ਕਰ ਦਿੰਦੀ ਆ, +5 ਵੋਲਟ ਤੇ +12 ਵੋਲਟ। ਸੋ ਜਿਹੜੇ ਮੋਸਟਲੀ ਕੰਪੋਨੈਂਟ ਆ ਮਦਰਬੋਰਡ ਦੇ ਉੱਪਰ ਕਿੰਨੇ ਚ ਕੰਮ ਕਰਦੇ ਆ? +5 ਵੋਲਟ ਜਾਂ +12 ਵੋਲਟ। ਸੋ ਇੱਥੋਂ ਜਿਹੜੀ ਇੱਕ SMPS ਤੋਂ ਇੱਕ ਜਿਹੜੀ ਕੇਬਲ ਹੈਗੀ ਆਪਾਂ ਮਦਰਬੋਰਡ ਤੇ ਲਗਾ ਦਿੰਦੇ ਆ, ਉਹਨੂੰ ਆਪਾਂ ਪਾਵਰ ਕਨੈਕਟਰ ਕਹਿ ਦਿੰਦੇ ਹੈਗੇ ਆ। ਦੈਨ ਨੈਕਸਟ ਹੁੰਦਾ ਹੈਗਾ ਇੱਕ ਕੀਬੋਰਡ ਐਂਡ ਮਾਊਸ ਕਨੈਕਸ਼ਨ। ਹੁਣ ਤੁਸੀਂ ਦੇਖਿਆ ਹੈਗਾ ਜਿਹੜਾ ਮਦਰਬੋਰਡ ਹੈ, ਮਦਰਬੋਰਡ ਦੇ ਉੱਪਰ ਕੀ ਹੈ, ਤੁਸੀਂ ਜਦੋਂ ਕੀਬੋਰਡ ਲਗਾਉਣਾ ਜਾਂ ਮਾਊਸ ਲਗਾਉਣਾ ਹੈਗਾ ਤਾਂ ਤੁਸੀਂ ਮਦਰਬੋਰਡ ਦੇ ਉੱਪਰ ਮਦਰਬੋਰਡ ਦੇ ਨਾਲ ਅਟੈਚ ਕੀਤਾ ਹੁੰਦਾ ਸਾਰਾ ਕੁਝ। ਸੋ ਤੁਸੀਂ ਕੰਪਿਊਟਰ ਦੇ ਜੋ ਬੈਕ ਤੇ ਲਗਾਉਣੇ ਆ, ਸਪੋਜ਼ ਮੈਂ ਸ਼ੋ ਕਰ ਰਿਹਾ ਇੱਥੇ ਕਨੈਕਟਰ ਬਣੇ ਹੁੰਦੇ ਹੈਗੇ ਆ ਮਦਰਬੋਰਡ ਤੇ, ਜਿੱਥੇ ਬੈਕ ਸਾਈਡ ਤੇ ਤੁਸੀਂ ਦੇਖਿਆ ਹੈਗਾ ਸਾਰੀਆਂ ਪੋਰਟਸ ਬਣੀਆਂ ਹੁੰਦੀਆਂ। ਕੀ ਬਣੀਆਂ ਹੁੰਦੀਆਂ? ਪੋਰਟਸ, PORTS, ਪੋਰਟਸ ਦਾ ਕੰਮ ਕੀ ਹੈ? ਜਿੱਥੇ ਕਿ ਕੰਪਿਊਟਰ ਦੇ ਤੁਸੀਂ ਕੋਈ ਵੀ ਬਾਹਰ ਐਕਸਟਰਨਲ ਡਿਵਾਈਸ ਅਟੈਚ ਕਰ ਦੇਂਗੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਪੋਰਟ, PORT। ਪੋਰਟਸ ਹੁੰਦੀਆਂ ਜਿਵੇਂ ਸੀਰੀਅਲ ਪੋਰਟ ਹੁੰਦੀ ਹੈ, ਪੈਰਲਲ ਪੋਰਟ ਹੁੰਦੀ ਹੈਗੀ ਹੈ, USB ਪੋਰਟ ਹੁੰਦੀ ਹੈਗੀ ਆ, ਜਾਂ ਮਾਊਸ ਲੱਗਦਾ, ਕੀਬੋਰਡ ਲੱਗਦਾ, ਤੁਸੀਂ ਪ੍ਰਿੰਟਰ ਲਗਾਉਣੇ ਹੈਗੇ ਆ, ਜਾਂ ਈਵਨ ਤੁਸੀਂ ਆਪਣਾ ਕੈਮਰਾ ਅਟੈਚ ਕਰਨਾ ਹੁੰਦਾ ਕੰਪਿਊਟਰ ਨਾਲ, USB ਨਾਲ ਅਟੈਚ ਕਰ ਦਿੰਦੇ ਆ। ਅੱਜ ਕੱਲ੍ਹ ਤੁਸੀਂ ਮੋਬਾਈਲ ਤੋਂ ਜਦੋਂ ਡਾਟਾ ਕੰਪਿਊਟਰ ਟਰਾਂਸਫਰ ਕਰਨਾ ਹੁੰਦਾ ਹੈਗਾ, ਉਦੋਂ ਵੀ ਕੀ ਕਰਦੇ ਤੁਸੀਂ? ਇੱਕ ਡਾਟਾ ਕੇਬਲ ਲਗਾ ਦਿੰਦੇ, ਇੱਕ ਐਂਡ ਦਾ ਮੋਬਾਈਲ 'ਚ ਲੱਗ ਜਾਂਦਾ, ਦੂਜਾ ਐਂਡ ਜਿਹੜਾ ਲਗਾਉਣਾ ਜਿੱਥੇ ਬੈਕ ਸਾਈਡ ਤੇ ਕਿਸੇ ਵੀ ਪੋਰਟ ਤੇ ਲਗਾਉਣੇ, ਉਹਨੂੰ ਕੀ ਕਹਿੰਦੇ ਆ? ਪੋਰਟ। ਜਿਵੇਂ ਫਾਰ ਐਗਜ਼ਾਮਪਲ ਤੁਸੀਂ USB ਤੇ ਲਗਾਉਣੇ ਆ ਤਾਂ ਆਪਾਂ ਨੂੰ USB ਪੋਰਟ ਕਹਿੰਦੇ। ਕਿਹੜੀ? USB ਪੋਰਟ। ਸੋ ਇਹਦੇ ਤੇ ਜੇ ਤਾਂ ਇਸ ਤਰ੍ਹਾਂ ਦੀ ਪੋਰਟ ਹੈਗੀ ਆ, ਜੇ ਇਸ ਸ਼ੇਪ 'ਚ ਹੈਗੀ ਆ, ਤਾਂ ਇਹਨੂੰ ਆਪਾਂ ਕੀ ਕਹਿੰਦੇ ਨੇ? USB ਪੋਰਟ। ਅੱਜ ਕੱਲ੍ਹ ਮੋਸਟਲੀ ਕੰਪਿਊਟਰ 'ਚ ਕੀ ਆ, ਫਰੰਟ ਤੇ ਵੀ ਪੋਰਟਸ ਬਣੀਆਂ ਹੁੰਦੀਆਂ ਹੈਗੀਆਂ ਤੇ ਬੈਕ ਸਾਈਡ ਤੇ ਵੀ ਪੋਰਟਸ ਬਣੀਆਂ ਹੁੰਦੀਆਂ, ਤਾਂ ਕਿ ਆਪਾਂ ਮਲਟੀਪਲ ਡਿਵਾਈਸਿਸ ਲਗਾ ਸਕੀਏ। ਪਰ ਕਈ ਵਾਰ ਤੁਸੀਂ ਦੇਖਿਆ ਹੋਏਗਾ ਜਿਹੜੇ ਕਈ ਵਾਰ ਮਾਊਸ ਤੇ ਕੀਬੋਰਡ ਤੁਹਾਡੇ ਕੋਲ ਇਦਾਂ ਦੇ ਹੁੰਦੇ ਹੈਗੇ ਆ, ਜਿਹਦੇ ਦਾ ਜਿਹੜਾ ਕਨੈਕਟਰ ਹੁੰਦਾ ਉਹ ਰਾਊਂਡ ਸ਼ੇਪ ਦਾ ਹੁੰਦਾ ਹੈਗਾ, ਜਾਂ ਤਾਂ USB ਵਾਲਾ ਹੋਏਗਾ ਜਾਂ ਰਾਊਂਡ ਸ਼ੇਪ ਦਾ। ਜੇ ਰਾਊਂਡ ਸ਼ੇਪ ਦਾ ਹੋਏਗਾ ਤਾਂ ਕਿਸ ਤਰ੍ਹਾਂ ਦਾ ਹੁੰਦਾ? ਉਹਨੂੰ PS2 ਪੋਰਟ ਕਹਿੰਦੇ। ਇਦਾਂ ਦਾ ਬਣਿਆ ਹੈਗਾ ਰਾਊਂਡ, ਇਦਾਂ ਕਰਕੇ ਉਹਦੇ 'ਚ ਪਿੰਸ ਹੁੰਦੀਆਂ ਹੈਗੀਆਂ। ਇਹਦੇ ਵਿੱਚ ਕੀ ਹੈ, ਤੁਸੀਂ ਮਾਊਸ ਲੱਗ ਜਾਂਦਾ ਹੈਗਾ। ਇਦਾਂ ਹੀ ਕੀ ਹੈ, ਇੱਕ ਹੋਰ ਕਲਰ ਦਾ ਹੁੰਦਾ ਹੈਗਾ, ਪਰਪਲ ਕਲਰ ਦਾ ਹੁੰਦਾ, ਜਿਸ 'ਚ ਕੀ ਤੁਸੀਂ ਕੀਬੋਰਡ ਲਗਾ ਦਿੰਦੇ ਹੈਗੇ ਆ। ਇਦਾਂ 5 ਪਿੰਨ ਹੁੰਦਾ ਹੈਗਾ, ਸੌਰੀ 6 ਪਿੰਨ PS2 ਹੁੰਦਾ, 6 ਪਿੰਨ ਹੁੰਦੀਆਂ ਹੈਗੀਆਂ ਇਹਦੇ 'ਚ ਕੀ ਹੈ? 6 ਪਿੰਨ। ਇੱਥੇ ਕੀਬੋਰਡ ਲੱਗ ਜਾਂਦਾ ਹੈਗਾ। ਸੋ ਮਾਊਸ ਵੀ ਲੱਗ ਜਾਂਦਾ ਹੈਗਾ ਤੇ ਕੀਬੋਰਡ। ਜੇ ਰਾਊਂਡ ਸ਼ੇਪ ਹੈ ਤਾਂ ਰਾਊਂਡ ਸ਼ੇਪ ਵਾਲੇ ਕਨੈਕਟਰ ਬਣੇਗੇ, ਇੱਕ ਜਗ੍ਹਾ ਮਾਊਸ ਲੱਗ ਜਾਏਗਾ, ਕੀਬੋਰਡ ਲੱਗੇਗਾ। ਜੇ ਤੁਹਾਡੇ ਕੋਲ ਮਾਊਸ ਕਨੈਕਟਰ ਦਾ ਇੰਟਰਫੇਸ USB ਹੈ, ਇਹ ਸ਼ੇਪ 'ਚ ਹੈ, USB ਤੋਂ ਦੇਖਿਆ ਹੋਏਗਾ ਤੁਸੀਂ, ਜਿਹੜਾ ਕਨੈਕਟਰ ਹੁੰਦਾ USB ਦਾ ਉਹ ਇਸ ਟਾਈਪ 'ਚ ਹੁੰਦਾ ਹੈਗਾ, ਜਿਸ ਤਰ੍ਹਾਂ ਨਾਰਮਲੀ ਤੁਸੀਂ ਡੇਲੀ ਤੁਹਾਡੇ ਜਿਹੜਾ ਚਾਰਜਰ ਹੁੰਦਾ ਹੈਗਾ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਲੱਗਿਆ ਹੁੰਦਾ ਪੋਰਟ, ਜਿਹੜੇ USB ਪੋਰਟ। ਸੋ ਉਹਦੇ ਤੁਸੀਂ ਕੀ ਹੈ, ਆਪਣਾ ਕੀਬੋਰਡ ਜਾਂ ਮਾਊਸ ਕਨੈਕਟ ਕਰ ਸਕਦੇ ਹੈਗੇ, ਮਲਟੀਪਲ ਬਣੀ ਹੁੰਦੀਆਂ ਉਸ ਦੀ ਪੋਰਟਸ। ਇੱਕ ਇਹਦਾ ਅਨਦਰ ਪਾਰਟ ਹੈ ROM BIOS, ਰੀਡ ਓਨਲੀ ਮੈਮਰੀ ਸੁਣਿਆ ਹੋਏਗਾ ਤੁਸੀਂ। ROM ਹੁੰਦੀ ਇੱਕ ਰੀਡ ਓਨਲੀ ਮੈਮਰੀ, ROM BIOS। ਇਹ ਚਿਪ ਹੁੰਦੀ ਹੈਗੀ ਆ, ROM BIOS ਇਹਨੂੰ ਕਹਿੰਦੇ ਆ। ਰੀਡ ਓਨਲੀ ਮੈਮਰੀ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ROM BIOS ਦਾ ਕੀ ਕੰਮ ਹੈ? ਇਹ ਤੁਹਾਨੂੰ ਮੈਂ ਇਹਦੀ ਜਦੋਂ ਕੰਪਿਊਟਰ ਦੀ ਬੂਟਿੰਗ ਦੱਸਾਂਗਾ, ਕਿਸ ਤਰ੍ਹਾਂ ਕੰਪਿਊਟਰ ਆਨ ਹੁੰਦਾ, ਕਿਸ ਤਰ੍ਹਾਂ ਸਟਾਰਟ ਕੰਮ ਕਰਦਾ ਹੈਗਾ, ਤਾਂ ਉਹਦੇ ਬਾਰੇ ਦੱਸਾਂਗਾ। ਉਹਦੇ 'ਚ ਕੀ ਹੈ, ਰੀਡ ਓਨਲੀ ਮੈਮਰੀ ਕੀ ਹੁੰਦੀ ਹੈਗੀ ਆ, ਜਿਹਦਾ ਨਾਮ ਹੀ ਰੀਡ ਓਨਲੀ ਮੈਮਰੀ ਆ। ਰੀਡ ਓਨਲੀ ਮੈਮਰੀ ਦਾ ਮਤਲਬ ਕਿ ਜਿਹੜੀ ਮੈਮਰੀ ਨੂੰ ਤੁਸੀਂ ਸਿਰਫ ਰੀਡ ਕਰ ਸਕਦੇ ਆ, ਰਾਈਟ ਨਹੀਂ ਕਰ ਸਕਦੇ, ਤਾਂ ਨੈਚੁਰਲੀ ਆਪਣੇ ਕੰਮ ਲਈ ਨਹੀਂ ਹੁੰਦੀ। ਸੋ ਇਹ ਕਿਸ ਕੰਮ ਲਈ ਹੁੰਦੀ ਹੈਗੀ ਆ? ਜਦੋਂ ਵੀ ਕੰਪਿਊਟਰ ਸਟਾਰਟ ਹੁੰਦਾ ਹੈਗਾ, ਤੁਸੀਂ ਦੇਖਿਆ ਹੋਏਗਾ ਜਦੋਂ ਕੰਪਿਊਟਰ ਸਟਾਰਟ ਹੁੰਦਾ ਹੈਗਾ ਤਾਂ ਹਰ ਵਾਰ ਇੱਕੋ ਹੀ ਪ੍ਰੋਸੈਸ ਹੁੰਦਾ ਹੈਗਾ। ਤੁਸੀਂ ਕੰਪਿਊਟਰ ਦਾ ਬਟਨ ਔਨ ਕਰ ਦਿੰਦੇ ਆ, ਪਾਵਰ ਸਵਿਚ ਔਨ ਕਰ ਦਿੰਦੇ ਆ, ਫਿਰ ਥੋੜਾ ਵੇਟ ਕਰਦੇ ਆ। ਕਦੋਂ ਤੱਕ ਵੇਟ ਕਰਦੇ ਹੈਗੇ ਆ? ਜਦੋਂ ਤੱਕ ਕੰਪਿਊਟਰ ਤੇ ਮਾਊਸ
ਮਾਊਸ ਮੂਵ ਕਰਨਾ ਸ਼ੁਰੂ ਹੋ ਜਾਂਦਾ ਹੈਗਾ ਤੇ ਤੁਹਾਡੇ ਵਿੰਡੋਜ਼ ਆ ਜਾਂਦੀਆਂ ਹੈਗੀਆਂ। ਸੋ ਇਹ ਜਿਹੜਾ ਕੰਮ, ਜਿਹੜਾ ਸਟਾਰਟਿੰਗ ਦਾ ਕੰਮ ਹੁੰਦਾ ਹੈਗਾ, ਜਿਹਦੇ 'ਚ ਕੀ ਹੈ, ਕੁਝ ਟਾਈਮ ਲੱਗਦਾ ਹੈਗਾ, ਤੇ ਸਭ ਤੋਂ ਪਹਿਲਾਂ ਕੰਪਿਊਟਰ ਕਿੱਥੋਂ ਚੱਕਦਾ ਹੈਗਾ? ਰੋਮ ਤੋਂ। ਮੀਨਸ ਕਿ ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ ਜਦੋਂ ਤੁਸੀਂ ਪਾਵਰ ਔਨ ਕਰਦੇ ਆ, ਕੰਟਰੋਲ ਕਿੱਥੇ ਜਾਂਦਾ ਹੈਗਾ? ਰੀਡ ਓਨਲੀ ਮੈਮਰੀ ਤੱਕ ਜਾਂਦਾ। ਇਹ ਚਿਪ ਦੀ ਫਾਰਮ 'ਚ ਹੁੰਦਾ ਹੈਗਾ। ਤਾਂ ਰੀਡ ਓਨਲੀ ਮੈਮਰੀ 'ਚ ਕੀ ਹੁੰਦਾ ਹੈਗਾ? ਇਹਦੇ ਸਟਾਰਟਅਪ ਪ੍ਰੋਗਰਾਮ ਹੁੰਦੇ ਆ। ਮੀਨਸ ਕਿ ਕੰਪਿਊਟਰ ਨੂੰ ਸਟਾਰਟ ਕਰਨ 'ਚ ਜਿਹੜੇ ਪ੍ਰੋਗਰਾਮ ਹੈਲਪ ਕਰਦੇ ਹੈਗੇ ਆ, ਉਹ ਸਾਰੇ ਕਾਹਦੇ ਸਟੋਰ ਕੀਤੇ ਹੁੰਦੇ ਆ? ਰੋਮ ਬਾਇਸ ਦੀ ਚਿਪ 'ਚ। ਠੀਕ ਹੈ, ਤੁਸੀਂ ਨੋਟ ਕੀਤਾ ਉਹ ਰੈਮ ਦਾ ਕੰਮ ਬਾਅਦ 'ਚ ਆਉਂਦਾ, ਪਹਿਲਾਂ ਰੋਮ ਦਾ। ਸਭ ਤੋਂ ਪਹਿਲਾਂ ਜਦੋਂ ਕੰਪਿਊਟਰ ਨੂੰ ਤੁਸੀਂ ਔਨ ਕਰਦੇ ਹੈਗੇ ਆ, ਸਭ ਤੋਂ ਪਹਿਲਾਂ ਜਿਹੜੀ ਡਿਊਟੀ ਹੈਗੀ ਆ, ਸਭ ਤੋਂ ਪਹਿਲਾਂ ਕਿਹਦੀ ਡਿਊਟੀ ਹੁੰਦੀ ਹੈਗੀ ਆ? ਰੋਮ ਦੀ ਡਿਊਟੀ ਹੁੰਦੀ ਹੈ, ਰੀਡ ਓਨਲੀ ਮੈਮਰੀ। ਤਾਂ ਇਹਦੇ 'ਚ ਕੀ ਹੁੰਦਾ ਹੈਗਾ? ਇਹਦੇ ਸਟਾਰਟਅਪ ਪ੍ਰੋਗਰਾਮਸ ਹੁੰਦੇ ਆ। ਸਟਾਰਟਅਪ ਪ੍ਰੋਗਰਾਮ ਦਾ ਮਤਲਬ ਕੀ ਹੈ? ਜਿਹੜੇ ਕੰਪਿਊਟਰ ਨੂੰ ਸਟਾਰਟ ਕਰਨ 'ਚ ਤੁਹਾਡੀ ਹੈਲਪ ਕਰਦੇ ਆ, ਉਹ ਜਿਹੜੇ ਪ੍ਰੋਗਰਾਮ ਹੈ, ਉਹਨਾਂ ਨੂੰ ਸਟਾਰਟਅਪ ਪ੍ਰੋਗਰਾਮਸ ਕਹਿੰਦੇ ਗਿਆ। ਕੀ ਹੁੰਦੇ ਹੈਗੇ? ਸਟਾਰਟਅਪ ਪ੍ਰੋਗਰਾਮਸ। ਮੈਂ ਇੱਥੇ ਲਿਖ ਦੇਣਾ ਹੈਗਾ, ਸਟਾਰਟ ਅਪ ਪ੍ਰੋਗਰਾਮਸ, ਜਿਹੜੇ ਕੰਪਿਊਟਰ ਨੂੰ ਸਟਾਰਟਿੰਗ 'ਚ ਹੈਲਪ ਕਰਦੇ ਹੈਗੇ ਆ। ਉਹ ਸਾਰੇ ਪ੍ਰੋਗਰਾਮ ਕਾਹਦੇ 'ਚ ਸਟੋਰ ਕੀਤੇ ਹੁੰਦੇ ਆ? ਰੋਮ 'ਚ। ਬੇਸਿਕਲੀ ਚਿਪ ਹੈ, ਸਟੋਰੇਜ ਚਿਪ ਹੈ, 'ਚ ਸਟੋਰ ਕੀਤਾ ਹੁੰਦਾ ਹੈਗਾ। ਇਹਦੇ 'ਚ ਪ੍ਰੋਗਰਾਮ ਸਟੋਰ ਕੀਤੇ ਹੁੰਦੇ ਆ, ਇਹ 'ਚ ਸੌਫਟਵੇਅਰ ਸਟੋਰ ਕੀਤਾ ਹੁੰਦਾ ਹੈਗਾ ਰੋਮ ਦੇ ਵਿੱਚ, ਰੀਡ ਓਨਲੀ ਮੈਮਰੀ 'ਚ। ਇਹਦੇ ਆਪਣੇ ਨਾਲ ਕੋਈ ਕੰਸਰਨ ਨਹੀਂ ਹੈ, ਆਪਾਂ ਤਾਂ ਜਸਟ ਕੰਪਿਊਟਰ ਔਨ ਕਰਦਾ, ਉਸ ਤੋਂ ਬਾਅਦ ਕੰਪਿਊਟਰ ਦਾ ਕੰਮ ਹੈ ਇਸ ਤੋਂ ਕਿਵੇਂ ਕੰਮ ਲੈਣਾ ਹੈਗਾ। ਸਟਾਰਟਅਪ ਪ੍ਰੋਗਰਾਮ ਰੀਡ ਹੁੰਦੇ ਹੈਗੇ ਆ, ਉਸ ਤੋਂ ਬਾਅਦ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈਗਾ, ਤੇ ਜਦੋਂ ਆਪਰੇਟਿੰਗ ਸਿਸਟਮ ਲੋਡ ਹੋ ਜਾਂਦਾ, ਤੁਹਾਡੇ ਸਿਸਟਮ ਦੇ ਉੱਪਰ ਕੀ ਵਿੰਡੋ ਸ਼ੋ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਇੱਕ ਜਿਹੜਾ ਮਾਊਸ ਹੈਗਾ, ਉਹ ਤੁਸੀਂ ਦੇਖਿਆ ਮਾਊਸ ਤੁਹਾਡਾ ਕੀਬੋਰਡ, ਜਦੋਂ ਮਾਊਸ ਹਿਲਾਉਣੇ ਆ ਤੁਸੀਂ, ਤਾਂ ਤੁਹਾਡਾ ਜਿਹੜਾ ਕਰਸਰ ਹੈ ਮੂਵ ਕਰਨਾ ਸ਼ੁਰੂ ਹੋ ਜਾਂਦਾ, ਤੁਹਾਨੂੰ ਪਤਾ ਲੱਗ ਜਾਂਦਾ ਕੰਪਿਊਟਰ ਹੁਣ ਚੱਲਣਾ ਸ਼ੁਰੂ ਹੋ ਗਿਆ। ਸੋ ਰੋਮ ਦੀ ਇੱਕ ਇੰਪੋਰਟੈਂਸ ਹੈਗੀ ਹੈ। ਜੇ ਰੋਮ ਵੀ ਖਰਾਬ ਹੋ ਜੇ, ਵੈਸੇ ਇਹ ਮੈਨੂਫੈਕਚਰ ਜਿਹੜਾ ਹੁੰਦਾ, ਕੰਪਿਊਟਰ ਮੈਨੂਫੈਕਚਰ ਕਰਦਾ ਹੈਗਾ, ਉਹਦੇ ਵੱਲੋਂ ਸਭ ਕੁਝ ਇਹਦੇ 'ਚ ਸਟੋਰ ਕੀਤਾ ਹੁੰਦਾ ਹੈਗਾ। ਸੋ ਜਿਹੜਾ ਯੂਜ਼ਰ ਹੈਗਾ, ਉਹਦੇ ਨਾਲ ਕੋਈ ਲਿੰਕ ਨਹੀਂ ਹੁੰਦਾ ਹੈਗਾ। ਸੋ ਯੂਜ਼ਰ ਕੋਈ ਚੇਂਜ ਨਹੀਂ ਕਰਦਾ ਹੈਗਾ। ਜਦੋਂ ਕੰਪਿਊਟਰ ਮੈਨੂਫੈਕਚਰ ਹੁੰਦਾ, ਇਹ 'ਚ ਪਹਿਲਾਂ ਹੀ ਪ੍ਰੋਗਰਾਮ ਫਿਕਸ ਕੀਤੇ ਹੁੰਦੇ ਹੈਗੇ, ਸਟੋਰ ਕੀਤੇ ਹੁੰਦੇ ਆ, ਤੇ ਵਾਰ-ਵਾਰ ਜਦੋਂ ਤੁਸੀਂ ਕੰਪਿਊਟਰ ਨੂੰ ਔਨ ਕਰਦੇ ਆ, ਹਰੇਕ ਵਾਰ ਇੱਕੋ ਹੀ ਪ੍ਰੋਸੈਸ ਫੋਲੋ ਹੁੰਦਾ ਹੈਗਾ, ਜਿਹਨੂੰ ਆਪਾਂ ਬੂਟਿੰਗ ਕਹਿ ਦਿੰਦੇ ਹੈਗੇ ਆ, ਵੀ ਸਿਸਟਮ ਤੁਹਾਡਾ ਬੂਟ ਹੋ ਗਿਆ। ਸੋ ਇੱਕ ਰੋਮ ਬਾਇਸ ਹੈ। ਇਸ ਤੋਂ ਇਲਾਵਾ ਇੱਕ ਤੁਸੀਂ ਦੇਖਿਆ ਹੈਗਾ ਮਦਰਬੋਰਡ ਦੇ ਉੱਪਰ, ਇੱਕ ਮਦਰਬੋਰਡ ਤੋਂ ਇਲਾਵਾ ਦੋ ਪਾਰਟਸ ਹੁੰਦੇ ਹੈਗੇ, ਜਿਵੇਂ ਹਾਰਡ ਡਿਸਕ ਹੁੰਦੀ ਹੈਗੀ ਹੈ, ਜਿਹਦੇ 'ਚ ਪਰਮਨੈਂਟਲੀ ਡਾਟਾ ਸਟੋਰ ਕੀਤਾ ਹੁੰਦਾ ਹੈਗਾ। ਇੱਕ ਤੁਹਾਡੀ ਡੀਵੀਡੀ ਹੁੰਦੀ ਹੈ, ਡੀਵੀਡੀ ਰਾਈਟਰ, ਡੀਵੀਡੀ ਪਲੇਅਰ, ਜਾਂ ਡੀਵੀਡੀ ਰਾਈਟਰ ਹੁੰਦਾ ਹੈ, ਜਾਂ ਸੀਡੀ ਰਾਈਟਰ ਹੁੰਦਾ ਹੈਗਾ। ਸੋ ਉਹ ਵੀ ਅਲਟੀਮੇਟਲੀ ਕੀ ਹੈ, ਮਦਰਬੋਰਡ ਦੇ ਉੱਪਰ ਵੀ ਕਨੈਕਟ ਕੀਤਾ ਹੁੰਦਾ ਹੈਗਾ। ਜਿਹੜਾ ਹਾਰਡ ਡਿਸਕ ਹੁੰਦੀ ਹੈਗੀ ਆ, ਜਾਂ ਸੀਡੀ ਡਰਾਈਵ ਹੁੰਦੀ ਹੈਗੀ ਆ, ਉਹਦੇ 'ਚ ਦੋ ਕੇਬਲਸ ਹੁੰਦੀਆਂ। ਇੱਕ ਹੁੰਦੀ ਉਹਦੀ ਪਾਵਰ ਕੇਬਲ ਹੁੰਦੀ ਹੈਗੀ ਆ, ਇੱਕ ਡਾਟਾ ਕੇਬਲ ਹੁੰਦੀ ਹੈਗੀ ਆ। ਪਾਵਰ ਕੇਬਲ ਤਾਂ ਐਸਐਮਪੀਐਸ ਤੋਂ ਲੱਗ ਜਾਂਦੀ ਹੈਗੀ ਆ। ਜਿਹੜੀ ਹਾਰਡ ਡਿਸਕ ਆ ਜਾਂ ਸੀਡੀ ਡਰਾਈਵ ਆ, ਉਹਨੂੰ ਪਾਵਰ ਕੇਬਲ ਕਿੱਥੋਂ ਲੱਗਦੀ ਹੈ? ਪਾਵਰ ਸਪਲਾਈ ਤੋਂ। ਜਿਵੇਂ ਇੱਥੇ ਇੱਕ ਮੇਨ ਚਲੀ ਜਾਂਦੀ ਆ, ਇਹਦੇ 'ਚ ਹੋਰ ਵੀ ਵਾਇਰਸ ਹੁੰਦੀਆਂ, ਇੱਦਾਂ ਕਾਫੀ ਇਹਦੇ ਵਾਇਰਸ ਹੁੰਦੀਆਂ ਹੈਗੀਆਂ। ਜਿਵੇਂ ਇਹਨਾਂ 'ਚੋਂ ਕੀ ਹੈ, ਜਿਹੜੀ ਇੱਕ ਵਾਇਰ ਹੈਗੀ ਆ, ਉਹ ਕਿੱਥੇ ਚਲੀ ਜਾਂਦੀ ਹੈਗੀ ਆ? ਇੱਥੇ। ਜਿਵੇਂ ਤੁਹਾਡੀ ਸਪੋਜ਼ ਮੈਂ ਹਾਰਡ ਡਿਸਕ, ਇਹ ਮੈਂ ਤੁਹਾਨੂੰ ਜਸਟ ਸ਼ੋ ਕਰ ਰਿਹਾ, ਮਦਰਬੋਰਡ ਦੇ ਉੱਪਰ ਛੋਟੀ ਨਹੀਂ ਹੁੰਦੀ, ਹਾਰਡ ਡਿਸਕ ਕਾਫੀ ਬੜੀ ਹੁੰਦੀ ਹੈਗੀ, ਤੁਹਾਨੂੰ ਮੈਂ ਕੱਢ ਕੇ ਦਿਖਾਈ ਸੀ ਨਾ ਕੱਲ, ਹਾਰਡ ਡਿਸਕ ਦਿਖਾਈ ਸੀ। ਤੋ ਸੋ ਜਿਹੜੀ ਹਾਰਡ ਡਿਸਕ ਡਰਾਈਵ ਆ, ਇੱਕ ਅਲੱਗ ਹੈ, ਮਦਰਬੋਰਡ ਦਾ ਪਾਰਟ ਨਹੀਂ ਹੈ, ਇੱਕ ਅਲੱਗ ਪਾਰਟ ਹੈ। ਸੋ ਇੱਕ ਪਾਵਰ ਇਹਨੂੰ ਚਲੀ ਜਾਂਦੀ ਹੈਗੀ ਹੈ, ਹਾਰਡ ਡਿਸਕ ਡਰਾਈਵ ਨੂੰ। ਦੈਨ ਇੱਕ ਇਦਾਂ ਹੀ ਤੁਹਾਡੇ ਜਿਹੜਾ ਸੀਡੀ ਡਰਾਈਵ ਹੈ, ਜਾਂ ਸੀਡੀ ਜਾਂ ਡੀਵੀਡੀ ਆ, ਡੀਵੀਡੀ ਡਰਾਈਵ, ਉਹਨੂੰ ਕਨੈਕਟ ਹੋ ਜਾਂਦਾ, ਪਾਵਰ ਐਸਐਮਪੀਐਸ ਤੋਂ ਆ ਜਾਂਦੀ ਹੈਗੀ ਆ। ਪਰ ਇਹ ਜਿਹੜੀ ਹਾਰਡ ਡਿਸਕ ਤੇ ਸੀਡੀ ਡਰਾਈਵ ਹੈਗੀ ਆ, ਇਹ 'ਚ ਪਾਵਰ ਤਾਂ ਇੱਥੋਂ ਮਿਲ ਜਾਂਦੀ ਇਹਨੂੰ, ਪਰ ਜਿਹੜਾ ਕੰਪਿਊਟਰ ਨਾਲ ਕਿਵੇਂ ਕਨੈਕਟ ਕੀਤੀ ਹੁੰਦੀ ਹੈਗੀ ਆ, ਇੱਕ ਡਾਟਾ ਕੇਬਲ ਵੀ ਹੁੰਦੀ ਹੈ ਇਹਨਾਂ ਨਾਲ, ਹਰੇਕ ਨਾਲ ਇੱਕ ਡਾਟਾ ਕੇਬਲ ਲੱਗੀ ਹੁੰਦੀ ਆ। ਡਾਟਾ ਕੇਬਲ ਕਿੱਥੇ ਲੱਗੀ ਹੁੰਦੀ ਹੈਗੀ ਆ? ਸਪੋਜ਼ ਜਿਵੇਂ ਹਾਰਡ ਡਿਸਕ ਨਾਲ ਡਾਟਾ ਕੇਬਲ ਹੈ, ਤਾਂ ਮਦਰਬੋਰਡ ਦੇ ਉੱਪਰ ਕੀ ਕਨੈਕਟਰ ਬਣਿਆ ਹੁੰਦਾ, ਇੱਕ ਕਨੈਕਟਰ, ਜਿਹੜੇ ਦੇ ਉੱਪਰ ਇਹ ਲੱਗਦਾ, ਜਾ ਕੇ ਕਨੈਕਟਰ ਲੱਗਦਾ ਹੈਗਾ। ਸੋ ਉਹ ਜਿਹੜਾ ਉਹ ਕਨੈਕਟਰ ਹੈਗਾ, ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਆਈਡੀ ਕਹਿ ਦਿੰਦੇ ਆ, ਜਾਂ ਸਾਟਾ ਕਹਿ ਦਿੰਦੇ ਆ, SATA, ਸਾਟਾ। ਜਿਹੜੀ ਕੇਬਲ ਹਾਰਡ ਡਿਸਕ ਦੀ ਡਾਟਾ ਕੇਬਲ ਹੁੰਦੀ ਹੈ, ਉਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਸਾਟਾ ਕੇਬਲ ਕਹਿ ਦਿੰਦੇ ਹੈਗੇ ਆ। ਤੇ ਜਿਹੜੀ ਜਗ੍ਹਾ ਤੇ ਲੱਗਦਾ, ਉਹਨੂੰ ਕੀ ਕਹਿੰਦੇ ਨੇ? ਸਾਟਾ ਪੋਰਟ। ਉਹਨੂੰ ਕੀ ਕਹਿ ਦਿੰਦੇ ਆਪਾਂ? ਸਾਟਾ ਪੋਰਟ ਕਹਿ ਦਿੰਦੇ ਹੈਗੇ ਆ। ਏਦਾਂ ਹੀ ਜਿਹੜੀ CD ਚੋਂ ਵੀ ਇੱਕ ਡਾਟਾ ਕੇਬਲ ਹੁੰਦੀ ਆ, ਉਹ ਵੀ ਇਦਾਂ ਦੀ ਇੱਕ ਪੋਰਟ ਬਣੀ ਹੁੰਦੀ ਹੈਗੀ ਆ, ਜਿਹੜੀ ਕਿਹੜੀ ਹੈ, ਜਿਹਨੂੰ ਆਪਾਂ ਕਹਿੰਦੇ ਆ ਸਾਟਾ ਪੋਰਟ। ਸਾਟਾ ਪੋਰਟ, SATA, ਸਾਟਾ ਪੋਰਟ। ਮੀਨਸ ਸਿਰਫ ਇੰਨਾ ਯਾਦ ਰੱਖ ਲਓ ਵੀ ਕੰਪਿਊਟਰ ਵਿੱਚ ਹਾਰਡ ਡਿਸਕ ਹੁੰਦੀ ਹੈਗੀ ਆ, ਜਾਂ CD ਡਰਾਈਵ ਹੁੰਦੀ ਹੈਗੀ ਆ, ਉਹ ਮਦਰਬੋਰਡ ਦੇ ਉੱਪਰ ਕਿੱਥੇ ਕਨੈਕਟ ਹੁੰਦੀ ਹੈਗੀ ਆ, ਜਿਹੜੀ ਜਗ੍ਹਾ ਤੇ ਕਨੈਕਟ ਹੁੰਦੀ ਹੈਗੀ ਆ, ਉਸ ਨੂੰ ਆਪਾਂ ਸਾਟਾ ਪੋਰਟ ਕਹਿ ਦਿੰਦੇ ਹੈਗੇ ਆ, ਜਿਹੜੀ ਜਗ੍ਹਾ ਤੇ ਕਨੈਕਟ ਹੁੰਦੀ ਹੈਗੀ ਆ। ਤੇ ਜਿਹੜੀ ਜਗ੍ਹਾ ਤੇ ਜਿਹੜੀ ਕੇਬਲ ਦੇ ਨਾਲ ਕਨੈਕਟ ਹੁੰਦੀ ਆ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ? ਸਾਟਾ ਕੇਬਲ।
ਸੋ ਦੋ ਚੀਜ਼ਾਂ ਹੁੰਦੀਆਂ ਹੈਗੀਆਂ, ਇੱਕ SATA ਕੇਬਲ, ਇੱਕ SATA ਪੋਰਟ। SATA ਕੇਬਲ ਨਾਲ ਹਾਰਡ ਡਿਸਕ ਜਾਂ CD ਡਰਾਈਵ ਕੀ ਹੈ ਮਦਰਬੋਰਡ ਦੇ ਉੱਪਰ ਕਨੈਕਟ ਹੋ ਜਾਂਦੀ ਹੈਗੀ ਆ, ਤੇ ਜਿਹੜੀ ਜਗ੍ਹਾ ਤੇ ਕਨੈਕਟ ਹੁੰਦੀ ਹੈਗੀ ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ, SATA ਪੋਰਟ ਕਹਿ ਦਿੰਦੇ ਹੈਗੇ ਆਪਾਂ। ਦੈਨ ਇੱਕ ਇਸ ਤੋਂ ਇਲਾਵਾ ਵੀ ਇੱਕ ਪੋਰਟ ਹੁੰਦੀ ਹੈਗੀ ਆ, ਜਾਂ CMOS ਮੈਮਰੀ ਹੁੰਦੀ ਹੈਗੀ ਆ। ਇੱਕ ਹੋਰ, ਇੱਕ ਤੁਸੀਂ ਦੇਖਿਆ ਹੈਗਾ ਸ਼ੋਅ ਕੀਤਾ, ਇੱਕ ਸੈੱਲ ਹੁੰਦਾ ਇਹਦੇ 'ਚ, ਤੁਹਾਨੂੰ ਮੈਂ ਉਸ ਦਿਨ ਇੰਟਰਨਲ ਪਾਰਟਸ ਦਿਖਾਏ ਸੀਗੇ। ਸੋ ਉਹਦੇ 'ਚ ਮੈਂ ਇੱਕ ਸ਼ੋਅ ਕੀਤਾ ਸੀ, ਇੱਕ ਰਾਊਂਡ ਸ਼ੇਪ ਦਾ ਸੈੱਲ ਸੀਗਾ, ਜਿਸ ਤਰ੍ਹਾਂ ਵਾਚ ਦੇ ਵਿੱਚ ਸੈੱਲ ਪੈਂਦਾ ਹੈਗਾ ਜਾਂ ਕਲੌਕ ਸੈੱਲ ਪੈਂਦਾ ਹੈਗਾ, ਇਸ ਤਰ੍ਹਾਂ ਦਾ ਰਾਊਂਡ ਸ਼ੇਪ ਦਾ ਕਲੌਕ ਹੁੰਦਾ ਹੈਗਾ। ਡੈਟ ਇਜ਼ ਨੋਨ ਐਜ਼ ਲਿਥੀਅਮ ਸੈੱਲ, ਲਿਥੀਅਮ ਬੈਟਰੀ, ਲਿਥੀਅਮ ਬੈਟਰੀ ਇਹ ਸੈੱਲ ਹੀ ਹੁੰਦਾ ਹੈਗਾ। ਸੋ ਲਿਥੀਅਮ ਬੈਟਰੀ ਦਾ ਕੀ ਕੰਮ ਹੈਗਾ, ਤੁਸੀਂ ਦੇਖਿਆ ਇਹ ਕੰਪਿਊਟਰ ਦੇ ਵਿੱਚ ਟਾਈਮ ਆਉਂਦਾ ਹੁੰਦਾ ਹੈਗਾ, ਦੱਸੋ ਕੰਪਿਊਟਰ 'ਚ ਟਾਈਮ ਆਉਂਦਾ, ਕਿੱਥੇ ਆਉਂਦਾ ਟਾਈਮ, ਨੀਚੇ ਸ਼ੋਅ ਕੀਤਾ ਹੁੰਦਾ ਰਾਈਟ ਹੈਂਡ ਤੇ, ਜਿਹੜਾ ਕੰਪਿਊਟਰ ਦਾ ਜਿਹੜਾ ਇਹ ਸਿਸਟਮ ਹੈ ਕੰਪਿਊਟਰ ਹੈ, ਇਸ ਜਗ੍ਹਾ ਤੇ ਆਪਣੀ ਕੀ ਹੈ, ਇੱਥੇ ਕਲੌਕ ਆ ਰਿਹਾ ਹੁੰਦਾ ਨਾ, ਜਿਵੇਂ ਸਪੋਜ਼ ਕੀ ਆ ਹੁਣ ਟਾਈਮ 12:12, ਇੱਥੇ 12 ਵਜੇ ਇਦਾਂ ਕਰਕੇ ਸ਼ੋਅ ਕਰ ਰਿਹਾ ਹੁੰਦਾ ਹੈਗਾ। ਸੋ ਇਹ ਜਿਹੜੀ ਕਲੌਕ ਹੈਗੀ ਆ, ਤੁਹਾਨੂੰ ਪਤਾ ਹੋਏਗਾ ਕੰਪਿਊਟਰ ਦੇ ਵਿੱਚ ਜੋ ਨਾਰਮਲੀ ਆਪਾਂ ਜਿੰਨੀਆਂ ਆਪਣੇ ਘਰਾਂ 'ਚ ਕਲੌਕ ਹੁੰਦੀਆਂ ਹੈਗੀਆਂ ਜਾਂ ਤੁਸੀਂ ਵਾਚ ਹੁੰਦੀ ਹੈਗੀ ਆ, ਤੁਸੀਂ ਦੇਖਿਆ ਉਹ ਬਿਨਾਂ ਸੈੱਲ ਦੇ ਕੰਮ ਕਰਦੀ ਹੈ, ਬੋਲੋ, ਸੈੱਲ ਹੁੰਦਾ ਨਾ ਕੋਈ ਨਾ ਕੋਈ। ਹੁਣ ਦੇਖੋ ਕੰਪਿਊਟਰ ਦੇ ਵਿੱਚ ਵੀ ਕਲੌਕ ਹੈਗੀ ਆ, ਤੇ ਕੰਪਿਊਟਰ 'ਚ ਕਲੌਕ ਉਹਨਾਂ ਟਾਈਮ ਤਾਂ ਤੁਸੀਂ ਪਾਵਰ ਉਹਨੂੰ ਦੇ ਦਾਂਗੇ ਜਦੋਂ ਕੰਪਿਊਟਰ ਆਨ ਆਏਗਾ। ਤੁਸੀਂ ਦੇਖੋ ਜਦੋਂ ਕੰਪਿਊਟਰ ਤੁਸੀਂ ਜਿਵੇਂ ਰਾਤ ਨੂੰ ਤੁਹਾਡਾ ਕੰਪਿਊਟਰ ਆਫ ਹੈਗੀ ਆ, ਤਾਂ ਜੇ ਆਫ ਹੈਗਾ ਤਾਂ ਉਹਨੂੰ ਪਾਵਰ ਤਾਂ ਮਿਲੇਗੀ ਨਹੀਂ ਕਿਤੋਂ, ਤੇ ਜਿਹੜੀ ਕਲੌਕ ਤੁਹਾਡੀ ਹੈਗੀ, ਕਲੌਕ ਕਿਵੇਂ ਅਪਡੇਟ ਹੋਏਗੀ, ਕਲੌਕ ਨੂੰ ਕੀ ਹੈ 24 ਆਵਰ ਕੀ ਹੈ ਇੱਕ ਪਾਵਰ ਚਾਹੀਦੀ ਹੈਗੀ ਆ, ਪਾਵਰ ਬਹੁਤ ਥੋੜੀ ਚਾਹੀਦੀ ਹੁੰਦੀ, ਛੋਟਾ ਹੀ ਸੈੱਲ ਚਾਹੀਦਾ ਹੁੰਦਾ ਹੈਗਾ ਕਲੌਕ ਨੂੰ ਸੈੱਟ ਕਰਨ ਲਈ। ਸੋ ਕੰਪਿਊਟਰ 'ਚ ਕੀ ਹੈ, ਇੱਕ ਲਿਥੀਅਮ ਦੀ ਬੈਟਰੀ ਹੁੰਦੀ ਹੈਗੀ ਆ, ਉਹ ਕੀ ਕਰਦੀ ਹੈਗੀ ਆ, ਉਹ ਜਿਹੜੀ ਕਲੌਕ ਨੂੰ ਕੀ ਕਰਦੀ ਹੈਗੀ, ਕੰਟੀਨਿਊਸਲੀ 24 ਆਵਰ ਸਪਲਾਈ ਦਿੰਦੀ ਰਹਿੰਦੀ ਹੈਗੀ ਆ। ਤੇ ਉਹਦੇ ਨਾਲ ਬੈਨੀਫਿਟ ਕੀ ਹੁੰਦਾ ਹੈਗਾ, ਜੋ ਤੁਸੀਂ ਕੰਪਿਊਟਰ ਨੂੰ ਬੰਦ ਕਰ ਦਿੰਦੇ ਹੈਗੇ ਆ, ਤੇ ਤਾਂ ਵੀ ਉਹ ਜਿਹੜੀ ਬੈਟਰੀ ਹੈਗੀ ਆ, ਜਿਹੜਾ ਸੈੱਲ ਹੈਗਾ, ਉਹ ਕੰਪਿਊਟਰ ਦੀ ਕਲੌਕ ਨੂੰ ਅਪਡੇਟ ਰੱਖਦਾ ਹੈਗਾ। ਤੁਸੀਂ ਕਈ ਵਾਰ ਘਰਾਂ 'ਚ ਕਈ ਵਾਰ ਪੁਰਾਣੇ ਸਿਸਟਮ ਦੇਖੇ ਹੋਣੇ, ਕਈ ਵਾਰ ਤੁਸੀਂ ਦੇਖਿਆ ਹੋਏਗਾ ਕੰਪਿਊਟਰਾਂ 'ਚ ਟਾਈਮ ਸਹੀ ਨਹੀਂ ਆ ਰਿਹਾ ਹੁੰਦਾ ਹੈਗਾ, ਮਤਲਬ ਕਿ ਟਾਈਮ ਜਦੋਂ ਤੁਸੀਂ ਕੰਪਿਊਟਰ ਔਨ ਕਰਦੇ ਹੈਗੇ ਆ, ਟਾਈਮ ਪੁਰਾਣਾ ਹੀ ਸ਼ੋ ਕਰ ਰਿਹਾ ਹੁੰਦਾ ਹੈਗਾ, ਫਿਰ ਤੁਸੀਂ ਚੇਂਜ ਕਰ ਦਿੰਦੇ ਹੈਗੇ, ਫਿਰ ਚੱਲਣਾ ਸ਼ੁਰੂ ਹੋ ਜਾਂਦਾ ਹੈਗਾ। ਫਿਰ ਤੁਸੀਂ ਜਦੋਂ ਕੰਪਿਊਟਰ ਆਫ ਕਰ ਦਿੰਦੇ ਹੈਗੇ ਆ, ਫਿਰ ਦੁਬਾਰਾ ਫਿਰ ਉਹ ਉੱਥੇ ਹੀ ਚਲਾ ਜਾਂਦਾ ਜਿੱਥੇ ਪਹਿਲਾਂ ਹੁੰਦਾ ਹੈਗਾ। ਸੋ ਬੇਸਿਕਲੀ ਰੀਜ਼ਨ ਕੀ ਹੁੰਦਾ ਹੈਗਾ, ਇਹ ਜਿਹੜਾ ਸੈੱਲ ਹੁੰਦਾ ਹੈਗਾ, ਜਿਹੜਾ ਸੈੱਲ ਹੁੰਦਾ ਲਿਥੀਅਮ ਬੈਟਰੀ ਹੁੰਦੀ ਹੈਗੀ ਆ, ਇਹ ਕੀ ਹੁੰਦਾ, ਇਹਦੀ ਏਜ ਹੁੰਦੀ ਹੈ ਕੁਝ, ਜਿਵੇਂ 2 ਸਾਲ ਬਾਅਦ, ਜਿਵੇਂ ਆਪਾਂ ਕਹਿੰਦੇ ਘੜੀ ਦਾ ਸੈੱਲ ਵੀਕ ਹੋ ਗਿਆ, ਆਪਾਂ ਨਵਾਂ ਚੇਂਜ ਕਰ ਦਿੰਦੇ ਹੈਗੇ ਆ, ਜਾਂ ਆਪਾਂ ਕਲੌਕ ਦੇ ਸੈੱਲ ਹੁੰਦੇ ਹੈਗੇ ਆ, ਆਪਾਂ ਚੇਂਜ ਕਰ ਦਿੰਦੇ ਆ। ਸੋ ਕੰਪਿਊਟਰ 'ਚ ਵੀ ਜਿਹੜਾ ਇਹ ਸੈੱਲ ਹੁੰਦਾ ਹੈਗਾ, ਇਹ ਆਫਟਰ 1 or 2 ਇਅਰਸ ਇਹਦੀ ਲਾਈਫ ਹੁੰਦੀ ਹੈ, ਉਸ ਤੋਂ ਬਾਅਦ ਕੀ ਹੈ, ਇਹਦੀ ਲਾਈਫ ਖਤਮ ਹੋ ਜਾਂਦੀ ਹੈਗੀ ਆ, ਉਸ ਤੋਂ ਬਾਅਦ ਇਹ ਪਾਵਰ ਨਹੀਂ ਦਿੰਦਾ ਹੈਗਾ। ਤੇ ਜਦੋਂ ਵੀ ਤੁਸੀਂ ਪਾਵਰ ਨਹੀਂ ਦੇਊਗਾ, ਤਾਂ ਜਿਹੜਾ ਕਲੌਕ ਹੈ ਤੁਹਾਡਾ, ਉਹ ਸਹੀ ਟਾਈਮ ਨਹੀਂ ਦੇਗਾ, ਵਾਰ-ਵਾਰ ਰੀਸੈਟ ਹੋ ਜਾਏਗਾ। ਤੁਸੀਂ ਸੈੱਟ ਕਰ ਦਿੰਦੇ ਆ ਜਦੋਂ ਪਾਵਰ ਆਨ ਕਰਦੇ ਆ, ਤੇ ਜਿੰਨਾ ਚਿਰ ਤੁਸੀਂ ਕੰਪਿਊਟਰ ਆਨ ਰਹਿੰਦਾ ਉਹਨਾਂ ਚਿਰ ਤਾਂ ਸਹੀ ਰਹਿੰਦਾ ਹੈਗਾ, ਤੇ ਜਦੋਂ ਤੁਸੀਂ ਕੰਪਿਊਟਰ ਆਫ ਕਰ ਦਿੰਦੇ ਆ, ਇਹ ਦੁਬਾਰਾ ਫਿਰ ਰੀਸੈਟ ਹੋ ਜਾਂਦਾ ਹੈਗਾ। ਸੋ ਤੁਹਾਨੂੰ ਕਰਨਾ ਕੀ ਹੁੰਦਾ ਹੈਗਾ, ਜਸਟ ਕੀ ਆ, ਮਾਰਕੀਟ 'ਚੋਂ ਇਹ 30-40 ਰੁਪੀਜ਼ ਦਾ ਜਾਂ 20 to 40 ਰੁਪੀਜ਼ ਦਾ ਇੱਕ ਸੈੱਲ ਆ ਜਾਂਦਾ ਹੈਗਾ, ਇਹ ਦੁਬਾਰਾ ਲਿਆ ਕੇ ਆਪਾਂ ਰਿਪਲੇਸ ਕਰ ਦਿੰਦੇ ਆ, ਤੇ ਫਿਰ 2 ਸਾਲ ਲਈ ਆਪਣੀ ਜਿਹੜੀ ਕਲੌਕ ਹੈ ਓਕੇ ਰਹਿੰਦੀ ਹੈ, ਉਹਦੇ 'ਚ ਕੋਈ ਐਰਰ ਨਹੀਂ ਹੁੰਦਾ ਹੈਗਾ। ਸੋ ਇਹ ਵੀ ਇੱਕ ਇੰਪੋਰਟੈਂਟ ਪਾਰਟ ਹੈਗਾ, ਜਿਹੜਾ ਕਿ ਤੁਹਾਡੇ ਡੇਟ ਟਾਈਮ ਨੂੰ, ਕੰਪਿਊਟਰ ਦੇ ਵਿੱਚ ਡੇਟ ਤੇ ਟਾਈਮ ਨੂੰ ਸੈੱਟ ਕਰਨ ਲਈ ਕੀ ਹੈ, ਡੇਟ ਤੇ ਟਾਈਮ ਨੂੰ, ਜਾਂ ਕੋਈ ਪਾਸਵਰਡ ਜਿਹੜੇ ਲਗਾਏ ਹੁੰਦੇ ਆ, ਜਾਂ ਕੋਈ ਸੈਟਿੰਗ ਸਟੋਰ ਕਰਨੀ ਹੁੰਦੀਆਂ ਹੈਗੀਆਂ, ਉਹ ਕਿਹਦੇ ਥਰੂ ਕੀਤੀ ਜਾਂਦੀਆਂ, ਉਹਨੂੰ ਪਾਵਰ ਕੌਣ ਦਿੰਦਾ ਹੈਗਾ, ਲਿਥੀਅਮ ਬੈਟਰੀ ਜਾਂ ਲਿਥੀਅਮ ਸੈੱਲ ਵੀ ਹੁੰਦਾ ਹੈਗਾ। ਤੇ ਇਹਦੇ ਨਾਲ ਕੀ ਹੈ, ਮੈਮਰੀ ਚਿਪ ਹੁੰਦੀ ਹੈਗੀ, ਤਰ੍ਹਾਂ ਇੱਕ ਕੀ ਹੈ, ਮੈਮਰੀ ਚਿਪ ਲੱਗੀ ਹੁੰਦੀ ਹੈਗੀ ਹੈ, ਜਿਹੜੀਆਂ ਸੈਟਿੰਗਸ ਹੈਗੀਆਂ, ਜਿਹੜੀਆਂ ਕੰਪਿਊਟਰ ਦੀਆਂ ਸੈਟਿੰਗਸ ਹੈ, ਜਿਵੇਂ ਤੁਸੀਂ ਕੋਈ ਪਾਸਵਰਡ ਲਗਾਇਆ ਕਿਸੇ ਨੇ ਕੰਪਿਊਟਰ ਨੂੰ ਔਨ ਕਰਨ ਲਈ, ਉਹ ਸਾਰੀਆਂ ਜਿਹੜੀਆਂ ਬੇਸਿਕ ਸੈਟਿੰਗਸ ਆ, ਉਸ ਮੈਮਰੀ ਦੇ ਵਿੱਚ ਸਟੋਰ ਕੀਤੀਆਂ ਹੁੰਦੀਆਂ ਹੈਗੀਆਂ। ਸੋ ਉਹਨੂੰ ਪਾਵਰ ਕੌਣ ਦਿੰਦਾ ਹੈਗਾ, ਇੱਕ ਲਿਥੀਅਮ ਬੈਟਰੀ ਦਿੰਦੀ ਹੈਗੀ ਆ। ਜਿੰਨਾ ਟਾਈਮ ਕੰਪਿਊਟਰ ਚੱਲਦਾ ਉਹਨਾਂ ਟਾਈਮ ਤਾਂ ਕੰਪਿਊਟਰ ਨੂੰ ਸਪਲਾਈ ਬਾਹਰੋਂ ਮਿਲੀ ਜਾਂਦੀ ਹੈਗੀ ਆ, ਪਰ ਜਦੋਂ ਕੰਪਿਊਟਰ ਤੁਸੀਂ ਰਾਤ ਨੂੰ ਆਫ ਕਰ ਦਿੰਦੇ ਆ, ਉਸ ਟਾਈਮ ਸਪਲਾਈ ਕੌਣ ਦਿੰਦਾ ਹੈਗਾ, ਉਸ ਟਾਈਮ ਇਹ ਜਿਹੜਾ ਸੈੱਲ ਹੈਗਾ, ਜਿਵੇਂ ਇੱਕ ਵਾਚ ਦਾ ਸੈੱਲ ਹੁੰਦਾ ਹੈਗਾ, ਜਾਂ ਉਹ ਸੈੱਲ ਜਿਹੜਾ ਹੈਗਾ ਰਾਊਂਡ ਸ਼ੇਪ ਦਾ ਸੈੱਲ ਹੁੰਦਾ ਹੈਗਾ, ਇਹ ਉਸ ਟਾਈਮ ਪਾਵਰ ਸਪਲਾਈ ਦਿੰਦਾ ਹੈਗਾ। ਤੇ ਇਸ ਤੋਂ ਇਲਾਵਾ ਇੱਕ ਹੋਰ ਪਾਰਟਸ ਰਹਿ ਜਾਂਦੇ ਹੈਗੇ ਆ, ਜਿਹੜੇ ਲਾਸਟ ਪਾਰਟਸ ਜਿਹੜੇ ਆ, ਇੱਕ ਮੈਂ ਪੋਰਟਸ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈਗਾ,
ਇੱਕ ਪੋਰਟਸ ਵੀ ਇੰਪੋਰਟੈਂਟ ਪਾਰਟ ਹੈਗਾ ਕੰਪਿਊਟਰ ਦੇ ਬੈਕ ਸਾਈਡ ਤੇ ਕੀ ਹੈ, ਸਾਰੀਆਂ ਪੋਰਟਸ ਬਣੀਆਂ ਹੁੰਦੀ ਜਿੱਥੇ ਕੋਈ ਵੀ ਆਪਾਂ ਡਿਵਾਈਸ ਅਟੈਚ ਕਰ ਸਕਦੇ ਹਾਂ, ਚਾਹੇ ਆਪਾਂ ਮਾਊਸ ਕਰਨਾ, ਕੀਬੋਰਡ ਕਰਨਾ, ਦੈਨ ਤੁਹਾਡਾ ਪ੍ਰਿੰਟਰ ਲਗਾਉਣਾ ਹੈਗਾ, ਸਕੈਨਰ ਲਗਾਉਣਾ ਹੈਗਾ, ਦੈਨ ਆਪਾਂ ਮੋਬਾਈਲ ਅਟੈਚ ਕਰਨਾ ਹੈਗਾ, ਕੈਮਰਾ ਅਟੈਚ ਕਰਨਾ ਹੈਗਾ। ਉਹ ਸਾਰੇ ਕਾਹਦੇ ਤੇ ਅਟੈਚ ਹੁੰਦੇ ਹੈਗੇ ਆ, ਪੋਰਟਸ ਬਣੀਆਂ ਹੁੰਦੀਆਂ। ਤੇ ਮੋਸਟਲੀ ਜਿਹੜੀ ਪੋਰਟ ਯੂਜ਼ ਕਰਦੇ ਆ ਆਪਾਂ, ਡੈਟ ਇਜ਼ ਅੱਜ ਕੱਲ੍ਹ ਜਿਹੜੀ ਪੋਰਟ ਚੱਲ ਰਹੀ ਹੈ, ਡੈਟ ਇਜ਼ ਵੈਸੇ ਪਹਿਲਾਂ ਪੋਰਟਸ ਹੁੰਦੀਆਂ ਸੀਰੀਅਲ ਪੋਰਟਸ, ਪੈਰਲਲ ਪੋਰਟਸ ਹੁੰਦੀਆਂ ਹੈਗੀਆਂ, ਪਰ ਅੱਜ ਕੱਲ੍ਹ ਇੱਕ ਸਾਰਿਆਂ ਦਾ ਇੱਕੋ ਹੀ ਅਲਟਰਨੇਟਿਵ ਆ ਗਿਆ, ਇੱਕ ਸਿੰਗਲ ਹੀ ਬਣ ਚੁੱਕੀ ਹੈਗੀ ਪੋਰਟ। ਉਹਨੂੰ ਆਪਾਂ ਕੀ ਕਹਿੰਦੇ, USB ਪੋਰਟ, ਯੂਨੀਵਰਸਲ ਸੀਰੀਅਲ ਬਸ ਪੋਰਟ। ਇਹ ਪੋਰਟ ਦਾ ਨਾਂ ਕੀ ਹੈ, ਯੂਨੀਵਰਸਲ ਸੀਰੀਅਲ ਬਸ ਪੋਰਟ। ਯੂਨੀਵਰਸਲ ਕੀ ਹੈ, ਇਹ ਥਰੂ ਆਊਟ ਵਰਲਡ ਦੇ ਵਿੱਚ ਤੁਹਾਨੂੰ ਸੇਮ ਹੀ ਮਿਲੂਗੀ, ਕਿਤੇ ਵੀ ਤੁਸੀਂ ਚਾਹੇ ਕੈਨੇਡਾ ਅਮਰੀਕਾ ਜਾ ਕੇ, ਕਿਤੇ ਵੀ ਕੈਨੇਡਾ ਅਮਰੀਕਾ ਜਾ ਕੇ ਜਿੱਥੇ ਵੀ ਤੁਹਾਡੇ ਸਿਸਟਮ ਹੋਊਗਾ, ਤੁਹਾਡੇ ਸਿਸਟਮ ਤੇ USB ਅਵੇਲੇਬਲ ਹੋਏਗੀ, ਜਿਹਦੇ ਤੁਸੀਂ ਕੋਈ ਵੀ ਡਿਵਾਈਸ ਅਟੈਚ ਕਰਦਾ। ਇਹਨੂੰ ਆਪਾਂ ਇੱਕ ਸਟੈਂਡਰਡ ਕਹਿ ਦਿੰਦੇ ਹੈਗੇ। ਸਟੈਂਡਰਡ ਦਾ ਮਤਲਬ ਕੀ ਹੈ, ਇਹ ਥਰੂ ਆਊਟ ਵਰਲਡ ਸਟੈਂਡਰਡ ਹੈਗਾ ਵੀ ਜਿਹੜੀ ਕੇਬਲ ਹੈਗੀ, ਚਾਹੇ ਤੁਹਾਡਾ ਕੰਪਿਊਟਰ ਇੱਥੇ ਇੰਡੀਆ 'ਚ ਬਣਿਆ ਚਾਹੇ ਬਾਹਰ ਬਣਿਆ ਹੈਗਾ, ਸਾਰੇ ਜਗ੍ਹਾ ਸੇਮ ਟਾਈਪ ਦੀ ਪੋਰਟ ਹੋਏਗੀ ਤੇ ਸੇਮ ਕਨੈਕਟਰ